ਉਸ ਪਾਲਣਹਾਰ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ। ਜਿਸ ਸਤਿਗੁਰੂ ਜੀ ਨੇ ਸਾਨੂੰ ਸੁੰਦਰ ਤੇ ਸੋਹਣਾ ਸਰੀਰ ਤੇ ਸਾਨੂੰ ਮਨੁੱਖਾ ਦੇਹੀ ਬਖਸ਼ਿਸ਼ ਕੀਤੀ ਹੈ, ਉਸ ਗੁਰੂ ਦੇ ਚਰਨਾਂ ਦੇ ਵਿੱਚ ਮਨ ਕਰਕੇ ਆਪਣੀ ਹਾਜ਼ਰੀ ਲਵਾਈਏ। ਸਾਰੀ ਸੰਗਤ ਪਿਆਰ ਸਾਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੱਕ ਇੱਕ ਬਚਨ ਸਾਡੇ ਜੀਵਨ ਨੂੰ ਸੇਧ ਦਿੰਦਾ ਕਿ ਭਾਈ ਤੂੰ ਸੰਸਾਰ ਦੇ ਉੱਤੇ ਆਇਆ ਕੀ ਕਰਨਾ ਹੈ। ਸਾਰੇ ਅਸੀਂ ਸੰਸਾਰ ਦੇ ਉੱਤੇ ਆਏ ਆ ਨਾ, ਤੇ ਸਾਡੇ ਮਨਾਂ ਦੇ ਇਹ ਸਵਾਲ ਹੁੰਦੇ ਨੇ ਜਾਂ ਸਾਡੀ ਰਸਨਾ ਦਾ ਇਹ ਜਵਾਬ ਹੁੰਦਾ ਕਿ ਸੰਸਾਰ ਦੇ ਉੱਤੇ ਅਸੀਂ ਆਪਣੇ ਜ਼ਿੰਦਗੀ ਨੂੰ ਜਿਉਣ ਦੇ ਲਈ ਆਏ ਹਾਂ। 100 ਚੋਂ 99 ਜਾਣਿਆਂ ਦਾ ਜਵਾਬ ਇਹ ਹੁੰਦਾ ਹੈ ਕਿ ਅਸੀਂ ਸੰਸਾਰ ਦੇ ਉੱਤੇ ਜ਼ਿੰਦਗੀ ਜੀਣ ਦੇ ਲਈ ਆਏ ਹਾਂ। ਪਰ ਕਦੇ ਮਨ ਦੀ ਸੋਚ ਨੂੰ ਥੋੜਾ ਡੂੰਘਾ ਲੈ ਕੇ ਜਾਇਓ, ਕਦੇ ਸੋਚਿਓ ਵੀ ਮਨੁੱਖਾ ਜਨਮ ਤੋਂ ਇਲਾਵਾ ਹੋਰ ਵੀ ਜੂਨਾਂ ਬਹੁਤ ਨੇ। ਸਤਿਗੁਰੂ ਜੀ ਕਹਿੰਦੇ 84 ਲੱਖ ਜੂਨ ਉਪਾਈ, 84 ਲੱਖ ਜੂਨਾਂ ਨੇ। ਜਿਵੇਂ ਸਾਡਾ ਸਰੀਰ ਹੈ ਐਵੇਂ ਪੰਛੀਆਂ ਦਾ ਸਰੀਰ ਹੈ, ਪਸ਼ੂਆਂ ਦਾ ਵੀ ਸਰੀਰ ਹੈ, ਦਰਖਤਾਂ ਦਾ ਵੀ ਸਰੀਰ ਹੈ। ਇੰਨੇ ਉੱਚੇ ਉੱਚੇ ਪਰਬਤ ਖੜੇ ਨੇ। ਸਤਿਗੁਰੂ ਜੀ ਕਹਿੰਦੇ ਇਹ ਵੀ ਇੱਕ ਜੂਨ ਹੈ। ਕਈ ਜੂਨ ਕਈ ਜਨਮ ਸੈਲ ਗਿਰ ਕਰਿਆ। ਸਤਿਗੁਰੂ ਜੀ ਕਹਿੰਦੇ ਬੰਦਿਆ ਇਹ ਜੂਨ ਇਹੋ ਜਿਹੀ ਆ, ਕਈ ਜਨਮ ਤੂੰ ਪਹਾੜ ਬਣ ਕੇ ਖੜਾ ਰਿਹਾ। ਹੁਣ ਪਹਾੜਾਂ ਨੂੰ ਦੇਖ ਲਓ, ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਸਾਲ ਤੋਂ ਖੜੇ ਨੇ। ਸਤਿਗੁਰੂ ਜੀ ਦੀ ਬਾਣੀ ਆਖਦੀ ਹੈ ਭਾਈ ਇਹ ਵੀ ਆਪਣਾ ਇੱਕ ਜੂਨ ਨੂੰ ਬਿਤਾ ਰਹੇ ਨੇ, ਹਜ਼ਾਰਾਂ ਸਾਲ ਉਮਰ ਹੈ। ਕਈ ਜਨਮ ਪੰਖੀ ਸਰਪ ਉਪਾਏ, ਕਈ ਜਨਮ ਪਾਥਰ ਬਿਰਖ ਨਿਪ ਜਾਏ। ਸਤਿਗੁਰੂ ਜੀ ਕਹਿੰਦੇ ਕਈ ਜਨਮ ਤਾਂ ਬੰਦਿਆ ਜੂਨਾਂ ਦਾ ਇਹੋ ਜਿਹਾ ਗੇੜ ਪਿਆ, ਪੰਖੀ ਸਰਪ ਉਪਾਏ, ਕਦੇ ਪੰਛੀ ਬਣ ਗਿਆ। ਹੁਣ ਪੰਛੀਆਂ ਦੀਆਂ ਕਿੰਨੀਆਂ ਜੂਨਾਂ ਨੇ, ਕਦੇ ਸੱਪ ਬਣ ਗਿਆ, ਕਦੇ ਕਿਸੇ ਪਸ਼ੂ ਦੀ ਜੂਨ ਮਿਲ ਗਈ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਆਖਦੀ ਹੈ, ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਤਾਂ ਇਸ ਗੱਲ ਦਾ ਸਿਰਾ ਹੀ ਕਰ ਦਿੱਤਾ, ਇਸ ਗੱਲ ਨੂੰ ਐਂਡ ਦੇ ਉੱਤੇ ਲਾਤਾ। ਸਤਿਗੁਰੂ ਜੀ ਕਹਿੰਦੇ ਮਨੁੱਖਾ ਦੇਹੀ ਮਿਲੀ ਹੈ, ਇੰਨੇ ਕੁ ਵੱਡੇ ਘਾਲਣਾ ਘਾਲੀ ਹੈ। ਕਹਿੰਦੇ ਬਹੁਤ ਜਨਮ ਵਿਛਰੇ ਥੇ ਮਾਧੋ। ਕਹਿੰਦੇ ਪਤਾ ਨਹੀਂ ਸਤਿਗੁਰੂ ਜੀ ਕਿੰਨੇ ਜਨਮ ਅਸੀਂ ਤੁਸਾਂ ਦੇ ਕੋਲੋਂ ਵਿਛੜੇ ਰਹੇ। ਆ ਮਨੁੱਖਾ ਦੇਹੀ ਮਿਲੀ ਹੈ, ਕਿਰਪਾ ਕਰ ਇਸ ਦੇਹੀ ਨੂੰ ਸਫਲ ਹੋਣ ਦੇ ਲਈ ਮੈਨੂੰ ਨਾਮ ਦੀ ਦਾਤ ਦੇ ਦੇ। ਆਖੋ ਸਤਿਨਾਮ ਵਾਹਿਗੁਰੂ। ਪਰ ਅਸੀਂ ਆਖਦੇ ਹਾਂ ਕਿ ਅਸੀਂ ਜ਼ਿੰਦਗੀ ਜਿਉਣ ਲਈ ਆਏ ਹਾਂ। ਹੋਰ ਵੀ ਜੂਨਾਂ ਜੀ ਰਹੀਆਂ ਨੇ ਜ਼ਿੰਦਗੀ, ਸਾਰੇ ਸਾਹ ਵੀ ਲੈ ਰਹੇ ਨੇ। ਸਾਡੇ ਇਨਸਾਨਾਂ ਵਾਂਗ ਪਸ਼ੂ ਵੀ ਪੰਛੀ ਵੀ ਆਪਣੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਕਰ ਰਹੇ ਨੇ। ਸਾਡੇ ਵਾਂਗ ਹੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਜਨਮ ਦੇਣਾ ਹੈ। ਸਾਡੇ ਵਾਂਗ ਹੀ ਉਹ ਖਾਂਦੇ ਪੀਂਦੇ ਨੇ, ਉਹਨਾਂ ਨੂੰ ਵੀ ਭੁੱਖ ਪਿਆਸ ਲੱਗਦੀ ਹੈ। ਤੇ ਸਤਿਗੁਰੂ ਜੀ ਕਹਿੰਦੇ ਬੰਦਿਆ ਫਿਰ ਤੇਰੇ ਤੇ ਉਹਨਾਂ ਜੂਨੀਆਂ ਦੇ ਵਿੱਚ ਫਰਕ ਕੀ ਹੋਇਆ ਜੇ ਤੂੰ ਆਖਦਾ ਕਿ ਮੈਂ ਸੰਸਾਰ ਦੇ ਉੱਤੇ ਜ਼ਿੰਦਗੀ ਜਿਉਣ ਦੇ ਲਈ ਆਇਆ। ਜ਼ਿੰਦਗੀ ਤਾਂ ਉਹ ਵੀ ਜੀ ਰਹੇ ਨੇ, ਪਰ ਤੈਨੂੰ ਮਨੁੱਖਾ ਦੇਹੀ ਮਿਲੀ ਹੈ, ਇਸ ਦੇਹੀ ਦੇ ਵਿੱਚ ਤੂੰ ਕੀ ਕਰਨਾ ਹੈ। ਇਹ ਦੇਹੀ ਦੀ ਕੋਈ ਉਮਰ ਲੰਮੀ ਨਹੀਂ। ਸਤਿਗੁਰੂ ਜੀ ਕਹਿੰਦੇ ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਏ, ਕੱਲੇ ਆਵੈ ਨਾਨਕਾ ਸਦੀ ਉਠੀ ਜਾਹੇ।
ਸਤਿਗੁਰੂ ਜੀ ਕਹਿੰਦੇ ਪਹਿਲਾਂ ਆਪਣੇ ਮਨ ਨੂੰ ਸਮਝਾ ਲੈ ਬੰਦਿਆ, ਐ ਮਨਾ ਮੇਰਿਆ ਤੂੰ ਸਦਾ ਥਿਰ ਰਹਿਣਾ ਨਹੀਂ ਸੰਸਾਰ ਤੇ। ਜੇਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ। ਜਿੰਨੇ ਸਵਾਸ ਸਤਿਗੁਰੂ ਜੀ ਨੇ ਸਾਡੇ ਦਰਗਾਹ ਦੇ ਵਿੱਚ ਅਕਾਲ ਪੁਰਖ ਜੀ ਨੇ ਆਪਣੇ ਪਾਸ ਲਿਖ ਲਏ ਨੇ ਨਾ, ਉਹਨਾਂ ਸਵਾਸਾਂ ਨੂੰ ਭੋਗ ਕੇ ਬੰਦਿਆ ਤੈਨੂੰ ਜਾਣਾ ਪੈਣਾ। ਆਖੋ ਸਤਿਨਾਮ ਵਾਹਿਗੁਰੂ। ਇਉਂ ਨਹੀਂ ਹੁੰਦਾ ਕਿ ਤੇਰਾ ਜਨਮ ਹੋ ਗਿਆ ਤੇ ਜਨਮ ਤੋਂ ਬਾਅਦ ਤੂੰ ਮਰਨਾ ਨਹੀਂ। ਸਤਿਗੁਰੂ ਜੀ ਕਹਿੰਦੇ ਜਨਮੰ ਤਾਂ ਮਰਣੰ। ਜੇ ਤੂੰ ਜਨਮ ਲੈ ਲਿਆ ਬੰਦਿਆ ਤੇ ਮਰਨਾ ਵੀ ਹੈ। ਮੌਤ ਇੱਕ ਅਟਲ ਸਚਾਈ ਹੈ। ਆਖੋ ਸਤਿਨਾਮ ਵਾਹਿਗੁਰੂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਪੁੱਛੀਏ, ਸਤਿਗੁਰੂ ਜੀ ਮੌਤ ਕਿਹੋ ਜੀ ਹੈ, ਕਿਵੇਂ ਦੀ ਹੈ ਮੌਤ, ਕਦੋਂ ਮਰਨਾ ਹੈ? ਗੁਰੂ ਤੇਗ ਬਹਾਦਰ ਮਹਾਰਾਜ ਜੀ ਫਿਰ ਕਿਰਪਾ ਕਰਦੇ ਨੇ, ਸਮਝਾਉਂਦੇ ਨੇ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ, ਲੈ ਛਾੜ ਸਗਲ ਜੰਜਾਲ। ਕਹਿੰਦੇ ਸੱਚ ਕਰਕੇ ਜਾਣੀ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ। ਕਿ ਭਾਈ ਜਿਹੜੀ ਵੀ ਚੀਜ਼ ਸੰਸਾਰ ਦੇ ਉੱਤੇ ਪੈਦਾ ਹੋ ਗਈ ਉਹਨੇ ਅੱਜ ਜਾਂ ਕੱਲ ਨੂੰ ਬਿਨਸ ਜਾਣਾ, ਭਾਵ ਕਿ ਖਤਮ ਹੋ ਜਾਣਾ। ਪਰ ਉਹਦੇ ਤੋਂ ਪਹਿਲਾਂ ਕਰਨਾ ਕੀ ਹੈ? ਸਤਿਗੁਰੂ ਜੀ ਕਹਿੰਦੇ, ਕਹੋ ਨਾਨਕ ਭਜ ਹਰਿ ਮਨਾ, ਛਾੜ ਸਗਲ ਜੰਜਾਲ। ਕਹਿੰਦੇ ਮੌਤ ਆਉਣ ਤੋਂ ਪਹਿਲਾਂ ਪਹਿਲਾਂ ਬੰਦਿਆ ਤੂੰ ਸਿਮਰਨ ਕਰਨਾ ਸ਼ੁਰੂ ਕਰ ਦੇ। ਮੌਤ ਆਉਣ ਤੋਂ ਪਹਿਲਾਂ ਪਹਿਲਾਂ ਤੂੰ ਰੱਬ ਦਾ ਨਾਮ ਜਪਿਆ ਕਰ। ਮੌਤ ਦਾ ਕੋਈ ਪਤਾ ਨਹੀਂ, ਸਾਧ ਸੰਗਤ ਜੀ ਕਿੱਥੇ ਆ ਜਾਵੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ, ਕਿਆ ਜਾਣਾ ਕਿਵ ਮਰੈਂਗੇ, ਕੈਸਾ ਮਰਨਾ ਹੋਏ। ਕੀ ਪਤਾ ਕਦੋਂ ਮੌਤ ਆ ਜਾਣੀ ਹੈ, ਕੀ ਪਤਾ ਇੱਥੇ ਬੈਠਿਆਂ ਦੇ ਸਵਾਸ ਖਤਮ ਹੋ ਜਾਣੇ ਨੇ, ਕੀ ਪਤਾ ਰੋਡ ਦੇ ਉੱਤੇ ਜਾਂਦਿਆਂ ਦਾ ਕੋਈ ਐਕਸੀਡੈਂਟ ਹੋ ਜਾਣਾ, ਉਹਦੇ ਵਿੱਚ ਸਵਾਸ ਨਿਕਲ ਜਾਣੇ ਨੇ, ਜਾਂ ਕੀ ਪਤਾ ਇਸ ਤਨ ਨੂੰ, ਇਸ ਸਰੀਰ ਨੂੰ ਕੋਈ ਭਿਆਨਕ ਰੋਗ ਲੱਗ ਜਾਣਾ, ਉਹਦੇ ਨਾਲ ਮਰਨਾ। ਸਤਿਗੁਰੂ ਜੀ ਕਹਿੰਦੇ ਕੋਈ ਨਹੀਂ ਪਤਾ। ਪਰ ਕਹਿੰਦੇ ਬੰਦਿਆ ਯਾਦ ਰੱਖੀ, ਜੇਕਰ ਸਾਹਿਬ ਮਨੋ ਨਾ ਵਿਸਰੈ, ਤਾਂ ਸਹਿਲਾ ਮਰਨਾ ਹੋਏ। ਕਹਿੰਦੇ ਜੇ ਤੇਰੇ ਚਿੱਤ ਦੇ ਵਿੱਚ ਪਰਮਾਤਮਾ ਦੀ ਯਾਦ ਹੋਈ ਨਾ, ਜਿਸ ਦਿਨ ਤੋਂ ਤੇਰਾ ਜਨਮ ਹੋ ਗਿਆ ਉਸ ਦਿਨ ਤੋਂ ਤੈਨੂੰ ਮੌਤ ਯਾਦ ਹੋਈ, ਤੈਨੂੰ ਡਰ ਹੋਇਆ ਕਿ ਮੇਰੀ ਮੌਤ ਆਉਣੀ ਹੈ, ਮੈਂ ਮੌਤ ਤੋਂ ਪਹਿਲਾਂ ਪਹਿਲਾਂ ਨਾਮ ਜਪਾਂ, ਮੈਂ ਆਪਣੇ ਕਰਮ ਚੰਗੇ ਬਣਾ ਲਵਾਂ। ਕਹਿੰਦੇ ਜਿਹੜੀ ਤੇਰੀ ਮੌਤ ਫਿਰ ਹੋਣੀ ਹੈ ਨਾ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ, ਫਿਰ ਕਹਿੰਦੇ ਤੇਰੀ ਮੌਤ ਸੌਖੀ ਹੋਵੇਗੀ। ਤੇ ਹੁਣ ਸਤਿਗੁਰੂ ਜੀ ਦੇ ਕੋਲੋਂ ਪੁੱਛੀਏ, ਸਤਿਗੁਰੂ ਜੀ ਜੇ ਨਾਮ ਜਪ ਕੇ ਚੰਗੇ ਕਰਮ ਕਰਕੇ ਮਰਨਾ ਸੌਖਾ ਹੈ, ਤਾਂ ਇਹਦਾ ਮਤਲਬ ਕਿ ਮਰਨਾ ਫਿਰ ਔਖਾ ਵੀ ਹੋਇਆ ਨਾ। ਆਖੋ ਸਤਿਨਾਮ ਵਾਹਿਗੁਰੂ। ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲੋਂ ਪੁੱਛਿਆ ਕਰੀਏ, ਐ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮਰਨਾ ਔਖਾ ਕਿਵੇਂ ਹੈ? ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫਿਰ ਬੋਲ ਕੇ ਕਿਰਪਾ ਕਰਦੇ ਨੇ, ਜਿੰਦ ਨੇ ਮਾਣੀ ਕੱਢੀ ਐ, ਹੱਡਾਂ ਕੁਕੜ ਕਾਏ। ਜਿੰਦ ਨੇ ਮਾਣੀ ਕੱਢੀ ਐ, ਹੱਡਾਂ ਕੁਕੜ ਕਾਏ। ਗੌਰ ਕਰਿਓ ਨਾ ਬਚਨਾਂ ਤੇ। ਕਹਿੰਦੇ ਜੇ ਕਰਮ ਮਾੜੇ ਹੋਏ, ਜ਼ਿੰਦਗੀ ਦੇ ਵਿੱਚ ਕਦੇ ਕਿਸੇ ਨੂੰ ਦੁਖੀ ਦੇਖ ਕੇ ਤੇਰੇ ਦਿਲ ਦੇ ਵਿੱਚ ਦਇਆ ਨਹੀਂ ਨਾ ਆਈ ਬੰਦਿਆ, ਕਦੇ ਨਾਮ ਨਹੀਂ ਜਪਿਆ, ਕਦੇ ਸਤ ਸੰਗਤ ਨਹੀਂ ਕਰੀ,
ਕਦੇ ਕਿਸੇ ਦਾ ਭਲਾ ਕਰਨ ਨੂੰ ਤੇਰਾ ਮਨ ਨਹੀਂ ਕਰਿਆ। ਕਹਿੰਦੇ ਤੇਰੇ ਕਰਮ ਵੀ ਮਾੜੇ ਹੋਏ, ਫਿਰ ਜਿੰਦ ਨੇ ਮਾਣੀ ਕੱਢੀ ਐ ਹੱਡਾਂ ਕੂਕੜਕਾਏ। ਫਿਰ ਕਹਿੰਦੇ ਤੇਰੀ ਜਿੰਦ ਨੂੰ, ਤੇਰੇ ਤਨ ਨੂੰ ਕੋਈ ਇਹੋ ਜਿਹਾ ਰੋਗ ਲੱਗ ਜਾਣਾ, ਰੋਗ ਠੀਕ ਨਹੀਂ ਹੋਣਾ, ਪਰ ਤੇਰੇ ਜਿਹੜੇ ਸਾਹ ਉਹ ਚੱਲਦੇ ਨੇ। ਤੂੰ ਬੜਾ ਦੁਖੀ ਹੈ ਕਿਉਂਕਿ ਕਰਮ ਮਾੜੇ, ਸਰੀਰ ਸਾਥ ਨਹੀਂ ਦੇ ਰਿਹਾ। ਜਿਹੋ ਜਿਹਾ ਤੇਰਾ ਮਨ ਖਾਣ ਨੂੰ ਕਰਦਾ ਉਹੋ ਜਿਹਾ ਤੂੰ ਖਾ ਨਹੀਂ ਸਕਦਾ। ਜਿਹੋ ਜਿਹਾ ਤੇਰਾ ਪਹਿਨਣ ਨੂੰ ਬੰਦਿਆ ਮਨ ਕਰਦਾ ਤੂੰ ਪਹਿਨ ਨਹੀਂ ਸਕਦਾ। ਤੂੰ ਉੱਠ ਕੇ ਤੁਰ ਫਿਰ ਨਹੀਂ ਸਕਦਾ। ਇੰਨਾ ਕੁ ਤੇਰਾ ਸਰੀਰ ਦੁੱਖ ਦੇ ਵਿੱਚ ਹੈ, ਇੰਨਾ ਕੁ ਭਿਆਨਕ ਤੈਨੂੰ ਰੋਗ ਲੱਗਿਆ, ਪਰ ਤੇਰੇ ਸਾਹ ਚੱਲ ਰਹੇ ਨੇ। ਫਿਰ ਪਰਿਵਾਰ ਵਾਲੇ ਵੀ ਆਖ ਦਿੰਦੇ ਨੇ, ਕਹਿਣ ਦਿੰਦੇ ਡਾਕਟਰ ਨੂੰ ਵੀ ਕੋਈ ਇਹਦੇ ਟੀਕਾ ਇਹੋ ਜਿਹਾ ਲਾ ਦਿਓ ਇਹਦੇ ਹੱਡ ਛੁੱਟ ਜਾਣ। ਪਿੰਡਾਂ ਦੇ ਵਿੱਚ ਇਦਾਂ ਆਖਿਆ ਜਾਂਦਾ ਹੈ ਵੀ ਇਹਦੀ ਜਾਨ ਨਿਕਲ ਜਾਵੇ, ਇਹੋ ਜਿਹਾ ਇਹਦੇ ਕੋਲ ਟੀਕਾ ਲਾ ਦਿਓ, ਬਹੁਤ ਦੁਖੀ ਹੈ। ਸਤਿਗੁਰੂ ਜੀ ਕਹਿੰਦੇ ਉਹ ਫਿਰ ਉਹ ਗੱਲ ਸਾਹਮਣੇ ਆਉਂਦੀ ਹੈ, ਜਿੰਦ ਨੇ ਮਾਣੀ ਕੱਢੀ ਹੈ ਹੱਡਾਂ ਕੂਕੜਕਾਏ। ਕਹਿੰਦੇ ਜੰਮ ਤੇਰੇ ਹੱਡਾਂ ਨੂੰ ਕੜਕਾ ਕੜਕਾ ਕੇ ਤੇਰੇ ਸਰੀਰ ਦੇ ਵਿੱਚੋਂ ਸਾਹ ਕੱਢਦੇ ਨੇ ਜਦੋਂ ਤੇਰੇ ਕਰਮ ਮਾੜੇ ਹੋਏ। ਸਤਿਗੁਰੂ ਜੀ ਕਹਿੰਦੇ ਚੰਗੇ ਕਰਮ ਕਰਨੇ ਨੇ, ਨਾਮ ਜਪਣਾ, ਇਸ ਸਰੀਰ ਨੇ ਬਿਨ ਸਜਾਣਾ। ਇਹ ਸਰੀਰ ਤਾਂ ਕਹਿੰਦੇ ਇਹੋ ਜਿਹਾ ਇਹ ਜਗ ਧੂਏ ਕਾ ਪਹਾੜ। ਕਹਿੰਦੇ ਇੱਕ ਧੂਏ ਦਾ ਵੱਡਾ ਸਾਰਾ ਪਰਬਤ ਬਣਿਆ ਹੈ, ਪਰ ਜਦੋਂ ਹਵਾ ਆਉਂਦੀ ਹੈ ਨਾ, ਤੁਸੀਂ ਦੇਖਦੇ ਹੋ ਆਕਾਸ਼ ਵਿੱਚ ਬੱਦਲ ਹੁੰਦੇ ਨੇ, ਹਵਾ ਦਾ ਜ਼ੋਰ ਪੈਂਦਾ, ਬੱਦਲ ਕਿੱਧਰੇ ਉੱਡ ਜਾਂਦੇ ਨੇ ਪਤਾ ਕੁਛ ਨਹੀਂ ਲੱਗਦਾ। ਸਤਿਗੁਰੂ ਜੀ ਕਹਿੰਦੇ ਇਹ ਜਗ ਆ ਸੰਸਾਰ ਵੀ ਬੰਦਿਆ ਇਹੋ ਜਿਹਾ ਹੈ, ਇਹ ਧੂਏ ਦੇ ਪਹਾੜ ਦੀ ਤਰ੍ਹਾਂ ਹੈ। ਇਹਦੇ ਹਵਾ ਦਾ ਬੁੱਲਾ ਕਦੋਂ ਆਉਣਾ, ਕਦੋਂ ਇਹਨੇ ਖਤਮ ਹੋ ਜਾਣਾ ਪਤਾ ਨਹੀਂ। ਇਹੋ ਜਿਹਾ ਇਹ ਸਰੀਰ ਹੈ, ਇਹੋ ਜਿਹਾ ਸੰਸਾਰ ਹੈ, ਪਤਾ ਨਹੀਂ ਕਦੋਂ ਮੌਤ ਰੂਪੀ ਬੁਲਾਵਾ ਸਾਨੂੰ ਆ ਜਾਣਾ ਤੇ ਸਾਡੇ ਸਰੀਰ ਦੇ ਵਿੱਚੋਂ ਸਾਹ ਨਿਕਲ ਜਾਣੇ ਨੇ। ਪਰ ਬੰਦਿਆ ਤੂੰ ਇਸ ਜੱਗ ਨੂੰ ਕੀ ਸਮਝ ਲਿਆ? ਸਤਿਗੁਰੂ ਜੀ ਕਹਿੰਦੇ ਤੈਂ ਸਾਚਾ ਮਾਨਿਆ, ਇਹ ਜੱਗ ਧੂਏ ਕਾ ਪਹਾੜ, ਤੈ ਸਾਚਾ ਮਾਨਿਆ। ਬੰਦਿਆ ਤੂੰ ਇਸ ਸੰਸਾਰ ਨੂੰ ਸੱਚ ਕਰਕੇ ਜਾਣ ਲਿਆ ਵੀ ਸੰਸਾਰ ਤੋਂ ਬਿਨਾ ਕੁਝ ਨਹੀਂ। ਰੋਜ਼ ਬਚਨ ਪੜ੍ਹਦੇ ਆ ਨਾ ਆਨੰਦ ਸਾਹਿਬ ਦੇ ਵਿੱਚ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਏ। ਸਤਿਗੁਰੂ ਜੀ ਕਹਿੰਦੇ ਮਨ ਪਿਆਰਿਆ, ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ, ਕਹਿੰਦੇ ਤੂੰ ਸਦਾ ਸੱਚ ਸੰਭਾਲੇ। ਭਾਈ ਤੂੰ ਸੱਚ ਦੇ ਨਾਲ ਜੁੜ ਕੇ ਰਿਹਾ ਕਰ, ਕਿਉਂਕਿ ਸੱਚ ਨੇ ਨਾਲ ਜਾਣਾ ਹੈ, ਸੱਚ ਤੋਂ ਬਿਨਾ ਨਾਲ ਕੁਝ ਨਹੀਂ ਜਾਣਾ। ਇਹੋ ਕੁਟੰਬ ਜੇ ਤੂੰ ਦੇਖਦਾ ਚੱਲੈ ਨਾਹੀ ਤੇਰੇ ਨਾਲੇ। ਜਿਹੜੇ ਧੀਆਂ ਪੁੱਤਰਾਂ ਨੂੰ ਤੂੰ ਦੇਖਦਾ ਹੈ, ਜਿਹੜੀਆਂ ਕੋਠੀਆਂ ਕਾਰਾਂ ਨੂੰ, ਇਹ ਬੰਦਿਆ ਸੰਸਾਰ ਦੇ ਵਿੱਚ ਰਹਿਣ ਵਾਲਿਆਂ ਤੂੰ ਤੱਕਦਾ ਹੈ ਕਿ ਮੇਰੇ ਕੋਲ ਜ਼ਮੀਨ ਹੈ, ਮੇਰੇ ਕੋਲ ਧੀਆਂ ਪੁੱਤਰ ਨੇ। ਸਤਿਗੁਰੂ ਜੀ ਕਹਿੰਦੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ। ਤੇਰੇ ਨਾਲ ਅੰਤਮ ਸਮੇਂ ਜਾਣਾ ਨਹੀਂ। ਜਾਣਾ ਕੀ ਹੈ? ਸਤਿਗੁਰੂ ਜੀ ਨੂੰ ਪੁੱਛੀਏ। ਸਤਿਗੁਰੂ ਜੀ ਕਹਿੰਦੇ ਤੇਰੇ ਨਾਲ ਜਾਣਾ ਕੁਝ ਨਹੀਂ, ਇਹ ਗੱਲ ਸੱਚ ਹੈ। ਇਹੋ ਕੁਟੰਬ ਜੇ ਤੂੰ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਏ। ਬੰਦਿਆ ਤੈਨੂੰ ਪਤਾ ਵੀ ਹੈ ਕਿ ਮਰਨ ਸਮੇਂ ਕੁਝ ਨਾਲ ਨਹੀਂ ਜਾਣਾ, ਖਾਲੀ ਹੱਥ ਜਾਣਾ ਪੈਣਾ, ਫਿਰ ਵੀ ਕਹਿੰਦੇ ਤੂੰ ਸੰਸਾਰ ਦੇ ਨਾਲ ਕਿਉਂ ਚਿਤ ਲਾਇਆ। ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਏ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਪਿਆਰਿਓ ਬਚਨ ਪੜ੍ਹਦਿਆ ਕਰੋ, ਰੋਜ਼ 5 ਬਾਣੀਆਂ ਦਾ ਨਿਤਨੇਮ ਸਿੱਖ ਕਰਦੇ ਨੇ। ਸਹਿਜਧਾਰੀ ਹਰ ਪ੍ਰਾਣੀ ਕਰਦਾ, ਜ਼ਰੂਰੀ ਨਹੀਂ ਵੀ ਸਿੱਖ ਕਰਦੇ ਹੋਣ। ਸਾਰੇ ਨਿਤਨੇਮ ਜਿਨ੍ਹਾਂ ਨੂੰ ਬਾਣੀ ਦੇ ਨਾਲ ਪਿਆਰ ਹੈ ਨਾ, ਚਾਹੇ ਕੋਈ ਸਿਰੋਂ ਮੋਨਾ ਹੈ, ਚਾਹੇ ਰਾਤ ਨੂੰ ਸ਼ਰਾਬ ਪੀਂਦਾ ਹੋਵੇ, ਪਰ ਜੇ ਕਿਤੇ ਮਨ ਦੇ ਵਿੱਚ ਰੱਬ ਹੋਵੇ ਨਾ, ਉਹ ਵੀ ਅੰਮ੍ਰਿਤ ਵੇਲੇ ਜਾਂ ਤਾਂ ਬਾਣੀ ਸੁਣਦਾ ਹੈ ਜਾਂ ਬਾਣੀ ਪੜ੍ਹਦਾ ਹੈ, ਕਿਉਂਕਿ ਬਾਣੀ ਸਾਰਿਆਂ ਦੇ ਜੀਵਨ ਦਾ ਉਧਾਰ ਕਰਦੀ ਹੈ। ਪਰ ਸਿੱਖ ਨੂੰ ਤਾਂ ਲਾਜ਼ਮੀ ਹੈ ਨਾ ਭਾਈ 5 ਬਾਣੀਆਂ ਅੰਮ੍ਰਿਤ ਵੇਲੇ ਪੜ੍ਹਨੀਆਂ ਨੇ, 2 ਬਾਣੀਆਂ ਰਾਤ ਨੂੰ ਪੜ੍ਹਨੀਆਂ ਨੇ, ਤੇ ਦਿਨ ਦੇ ਵਿੱਚ ਜਿੰਨਾ ਹੋ ਸਕੇ ਤੂੰ ਆਪਣੇ ਸਵਾਸਾਂ ਨੂੰ ਸਫਲ ਕਰਨ ਦੇ ਲਈ
ਭਾਵੇਂ ਲੱਖ ਹਜ਼ਾਰ ਵਾਰ ਵਾਹਿਗੁਰੂ ਜਪਿਆ ਕਰ। ਜਿੰਨਾ ਤੇਰਾ ਦਿਲ ਕਰਦਾ ਬੰਦਿਆ ਤੂੰ ਬਾਣੀ ਪੜਿਆ ਕਰ, ਕਿਉਂਕਿ ਸਤਿਗੁਰੂ ਜੀ ਕਹਿੰਦੇ ਆਇਓ ਸੁਨਨ ਪੜਨ ਕੋ ਬਾਣੀ। ਸੰਸਾਰ ਦੇ ਉੱਤੇ ਮਨੁੱਖ ਆਇਆ ਹੀ ਬਾਣੀ ਪੜਨ ਦੇ ਲਈ, ਆਖੋ ਸਤਿਨਾਮ ਵਾਹਿਗੁਰੂ। ਸਤਿਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਏ। ਬੰਦਿਆ ਭੁੱਲ ਕੇ ਵੀ ਮਨੁੱਖਾ ਜਨਮ ਪ੍ਰਾਪਤ ਕਰਕੇ ਤੂੰ ਇਹੋ ਜਿਹੇ ਕਰਮ ਨਾ ਕਰਿਆ ਕਰ ਜਿਹਦੇ ਨਾਲ ਤੈਨੂੰ ਅੰਤਮ ਸਮੇਂ ਪਛਤਾਣਾ ਪਵੇ। ਫਿਰ ਸਤਿਗੁਰੂ ਜੀ ਦੇ ਕੋਲੋਂ ਪੁੱਛੀਏ, ਸਤਿਗੁਰੂ ਜੀ ਕਰਨਾ ਕੀ ਹੈ? ਤੁਸੀਂ ਆਖਦੇ ਹੋ ਕਿ ਧੀਆਂ ਪੁੱਤਰਾਂ ਨੇ ਵੀ ਨਾਲ ਨਹੀਂ ਜਾਣਾ, ਕੋਠੀਆਂ ਕਾਰਾਂ ਨੇ ਵੀ ਨਾਲ ਨਹੀਂ ਜਾਣਾ, ਸਾਰਾ ਕੁਝ ਬਿਨਸਨਹਾਰ ਹੈ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਜੋ ਉਪਜਿਓ ਸੋ ਬਿਨਸ ਹੈ। ਇਹ ਗੁਰੂ ਅਮਰਦਾਸ ਮਹਾਰਾਜ ਜੀ ਸਾਰਾ ਕੁਝ ਖਤਮ ਹੋਣ ਵਾਲਾ, ਨਾਲ ਕੁਝ ਨਹੀਂ ਜਾਣਾ। ਫਿਰ ਕਰੀਏ ਕੀ ਨਾਲ ਜਾਣਾ ਹੈ? ਤੇ ਸਤਿਗੁਰੂ ਜੀ ਨੇ ਬੜੇ ਪਿਆਰ ਦੇ ਨਾਲ ਸਾਨੂੰ ਸਮਝਾਇਆ। ਆਓ ਪੜਿਓ ਬਚਨ, ਸਾਰੀ ਸੰਗਤ ਕਿਰਪਾ ਕਰਿਓ ਨਾਲ। ਸਤਿਗੁਰ ਕਾ ਉਪਦੇਸ਼ ਸੁਣ ਤੂੰ, ਹੋਵੇ ਤੇਰੇ ਨਾਲੇ, ਹੋਵੇ ਤੇਰੇ ਨਾਲੇ। ਸਤਿਗੁਰ ਕਾ ਉਪਦੇਸ਼ ਸੁਣ ਤੂੰ, ਹੋਵੇ ਤੇਰੇ ਨਾਲੇ, ਹੋਵੇ ਤੇਰੇ ਨਾਲੇ, ਹੋਵੇ। ਸਾਰੀ ਸੰਗਤ ਕਿਰਪਾ ਕਰੋ, ਸਾਰੇ ਗੱਜ ਵੱਜ ਕੇ ਬੋਲੋ। ਸਾਰਿਆਂ ਨੂੰ ਸਤਿਗੁਰੂ ਜੀ ਨੇ ਸੁੰਦਰ ਰਸਨਾ ਬਖਸ਼ਿਸ਼ ਕੀਤੀ ਹੈ। ਕੋਈ ਐਸਾ ਨਹੀਂ ਜਿਹੜਾ ਬੋਲ ਨਾ ਸਕਦਾ ਹੋਵੇ। ਸਾਰਿਆਂ ਨੂੰ ਰਸਨਾ ਬਖਸ਼ਿਸ਼ ਕੀਤੀ ਹੈ। ਆਹੀ ਮੁੱਖ ਹੁੰਦਾ ਹੈ। ਕਿਸੇ ਦੀ ਨਿੰਦਿਆ ਕਰਨੀ ਹੋਵੇ ਨਾ, ਸਪੀਕਰ ਲਾਉਣ ਦੀ ਵੀ ਲੋੜ ਨਹੀਂ ਪੈਂਦੀ, ਇੰਨੀ ਉੱਚੀ ਆਵਾਜ਼ ਹੁੰਦੀ ਹੈ ਸਾਡੀ। ਕਿਸੇ ਦੀ ਨਿੰਦਿਆ ਕਰਨੀ ਹੋਵੇ, ਪਰ ਸਤਿਗੁਰੂ ਜੀ ਕਹਿੰਦੇ ਜਦੋਂ ਨਾਮ ਜਪਣਾ ਹੋਵੇ ਨਾ, ਫਿਰ ਸੱਚ ਜਾਣਿਓ ਮੌਤ ਪੈ ਜਾਂਦੀ ਹੈ। ਕਿ ਕਿੱਥੇ ਕਹਿਤਾ ਨਾਮ ਜਪਣ ਨੂੰ, ਕਿਤੇ ਬੋਲੀਆਂ ਪਾਣੀਆਂ ਹੋਣ, ਗਾਣੇ ਗਾਣੇ ਹੋਣ। ਸਤਿਗੁਰੂ ਜੀ ਕਹਿੰਦੇ ਬੜਾ ਮਨ ਭੱਜਦਾ ਹੈ, ਗੰਧਣ ਵੈਣ ਸੁਣਿਆ ਰਝਾਵੈ, ਨਾਮ ਲੈਤ ਅਲਕਾਇਆ। ਜਦੋਂ ਨਾਮ ਜਪਣ ਦੀ ਵਾਰੀ ਆਉਂਦੀ ਹੈ, ਕਹਿੰਦੇ ਮਨ ਨੂੰ ਆਲਸ ਪੈ ਜਾਂਦੀ ਹੈ, ਸਰੀਰ ਨੂੰ ਆਲਸ ਪੈ ਜਾਂਦੀ ਹੈ, ਨੀਂਦ ਆਉਂਦੀ, ਨਾਮ ਜਪਣ ਨੂੰ ਦਿਲ ਨਹੀਂ ਕਰਦਾ। ਕਈ ਵਾਰੀ ਤਾਂ ਇੱਥੋਂ ਤੱਕ ਹੋ ਜਾਂਦਾ ਕਿ ਸੰਗਤ ਵਿੱਚ ਵੀ ਬੈਠੇ ਆ, ਸਤਿਗੁਰੂ ਜੀ ਵੀ ਆਖਦੇ ਨੇ ਭਾਈ ਤੂੰ ਸੰਗਤ ਵਿੱਚ ਆ ਗਿਆ, ਹੁਣ ਨਾਮ ਜਪ ਲੈ। ਪਰ ਪਾਪੀ ਮਨ ਇਹੋ ਜਿਹਾ ਹੈ, ਬੰਦਾ ਸੰਗਤ ਵਿੱਚ ਬੈਠ ਕੇ ਵੀ ਪਤਾ ਨਹੀਂ ਕਿੱਧਰ ਤੁਰਿਆ ਫਿਰਦਾ ਹੈ। ਕਈ ਵਾਰੀ ਸੰਗਤ 'ਚ ਉੱਠ ਕੇ ਚਲੇ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਮਾੜੇ ਕਰਮਾਂ ਦੀ ਨਿਸ਼ਾਨੀ ਹੁੰਦੀ ਹੈ। ਇਹੀ ਮਾੜੇ ਕਰਮ ਨੇ ਜਦੋਂ ਸੰਗਤ ਵਿੱਚੋਂ ਵੀ ਕੋਈ ਦੂਰ ਲੈ ਜਾਵੇ। ਫਿਰ ਸੰਗਤ ਵਿੱਚੋਂ ਦੂਰ ਹੋਇਆ ਨੂੰ ਸਤਿਗੁਰੂ ਜੀ ਕਹਿੰਦੇ ਭਾਗਹੀਣ ਭ੍ਰਮ ਚੋਟਾਂ ਖਾਵੇ। ਸੰਸਾਰ ਤੇ ਸੁਖੀ ਨਹੀਂ ਰਹਿ ਸਕਦਾ। ਜਗ੍ਹਾ ਜਗ੍ਹਾ ਤੇ ਚੋਟਾਂ ਪੈਂਦੀਆਂ ਨੇ, ਤੇ ਚੋਟਾਂ ਪੈਣਗੀਆਂ ਕਿਹੋ ਜਿਹੀਆਂ? ਕਦੇ ਤਨ ਨੂੰ ਰੋਗ ਲੱਗ ਗਿਆ, ਕਦੇ ਡਾਕਟਰਾਂ ਦੇ ਮੂੰਹ ਲੱਖਾਂ ਰੁਪਈਆ ਦੇਤਾ, ਕਦੇ ਕੋਈ ਜ਼ਮੀਨ ਦਾ ਕੇਸ ਪੈ ਗਿਆ, ਵਕੀਲਾਂ ਨੂੰ ਲੱਖਾਂ ਦੇਤਾ, ਕਦੇ ਕਿਤੇ ਪੈਸਾ ਦੇਤਾ, ਕਦੇ ਨਸ਼ਿਆਂ ਦੇ ਵਿੱਚ ਗਵਾਤਾ। ਸਤਿਗੁਰੂ ਜੀ ਕਹਿੰਦੇ ਇਹੋ ਜਿਹੇ ਰੋਗ ਲੱਗ ਜਾਂਦੇ ਨੇ ਤਨ ਨੂੰ। ਭਾਗਹੀਣ ਭ੍ਰਮ ਚੋਟਾਂ ਖਾਵੇ। ਜਦੋਂ ਸਤ ਸੰਗਤ ਦੇ ਵਿੱਚ ਬੈਠ ਕੇ ਵੀ ਨਾਮ ਨਹੀਂ ਨਾ ਜਪਦਾ, ਫਿਰ ਸਤਿਗੁਰੂ ਜੀ ਕਹਿੰਦੇ ਬੰਦਿਆ ਸਮਝ ਲਿਆ ਕਰ, ਤੈਨੂੰ ਸਾਰੀ ਸਮਝ ਹੈ ਕਿ ਤੇਰੇ ਕਰਮ ਮਾੜੇ ਨੇ, ਇਸੇ ਕਰਕੇ ਪਤਾ ਨਹੀਂ ਤੂੰ ਸੰਗਤ ਵਿੱਚੋਂ ਕਿਉਂ ਉੱਠ ਕੇ ਆ ਗਿਆ। ਸਾਰੇ ਕਿਰਪਾ ਕਰਿਓ, ਸਾਰੇ ਜਪਿਓ। ਹੋਵੇ ਤੇਰੇ ਨਾਲੇ, ਹੋਵੇ ਤੇਰੇ ਨਾਲੇ, ਹੋਵੇ ਤੇਰੇ ਨਾਲੇ, ਹੋਵੇ ਤੇਰੇ ਨਾਲੇ, ਹੋਵੇ ਤੇਰੇ दर्शन परसिए गुरु के जन्म मरण दुख जाए, जन्म मरण दुख जाए। दर्शन परसिए जन्म मरण दुख जाए, जन्म मरण दुख जाए।
दुख जाए, जन्म मरण दुख। वाहेगुरु 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 वाहेगुरु। सारे कृपा करो, सारे गज के वाहेगुरु 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 हर जपदिया खिन ढिलना की जई मेरी जिंदड़िए मत के जापै सहवे के ना आवे राम। वाहेगुरु 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 प्राणी तू आयो लाहा लैन, लगा किरत को फकड़े सब मुक्ति चली रैन। आया लाहा लैन आया लाहा लैन आया लाहा लैन आया लाहा लैन प्राणी आया लाहा लैन आया लाहा लैन आया लाहा लैन लगा किरत को फकड़े सब मुक्ति चली रैन। लगा किरत को फकड़े सब मुक्ति चली रैन। आया लाहा लैन आया लाहा लैन आया लाहा लैन आया लाहा लैन आया लाहा लैन। ਇਹ ਪ੍ਰਾਣੀ ਤੂੰ ਸੰਸਾਰ ਦੇ ਵਿੱਚ ਲਾਹਾ ਲੈਣ ਆਇਆ। ਕੁਟੰਬ ਨੇ ਧੀਆਂ ਪੁੱਤਰਾਂ ਨੇ ਤੇਰੇ ਨਾਲ ਨਹੀਂ ਜਾਣਾ, ਨਾਲ ਕੇਵਲ ਇੱਕ ਨਾਮ ਜਾਣਾ ਹੈ। ਸਤਿਗੁਰੂ ਜੀ ਕਹਿੰਦੇ ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਕਹਿੰਦੇ ਇੱਕ ਸਤਿਗੁਰੂ ਜੀ ਦਾ ਨਾਮ ਬੰਦਿਆ ਤੇਰੇ ਨਾਲ ਜਾਣਾ, ਹੋਰ ਕੁਝ ਨਹੀਂ। ਇਸ ਕਰਕੇ ਤੂੰ ਸਤਿਗੁਰ ਕਾ ਉਪਦੇਸ਼ ਸੁਣ ਹੋਵੇ ਤੇਰੇ ਨਾਲੇ। ਤੇਰੇ ਨਾਲ ਗੁਰੂ ਜੀ ਦਾ ਉਪਦੇਸ਼ ਜਾਣਾ ਹੈ। ਗੁਰੂ ਦੇ ਨਾਮ ਤੋਂ ਬਿਨਾ ਬੰਦਿਆ ਤੇਰੇ ਨਾਲ ਕੁਝ ਨਹੀਂ ਜਾਣਾ। ਸਤਿਗੁਰੂ ਜੀ ਕਹਿੰਦੇ ਧਨ ਦਾਰਾ ਸੰਪਤ ਗ੍ਰਹਿ ਕਛ ਸੰਗ ਨਾ ਚਾਲੈ ਸਮਝ ਲਹਿ। ਮਨਾ ਮੇਰਿਆ ਇਸ ਗੱਲ ਨੂੰ ਤੂੰ ਸਮਝ ਲੈ। ਤੈਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਬਾਰ-ਬਾਰ ਸਮਝਾਉਂਦੀ ਹੈ। ਧਨ ਦਾਰਾ ਸੰਪਤ ਗ੍ਰਹਿ, ਨਾ ਤੇਰੇ ਘਰ ਨੇ ਨਾਲ ਜਾਣਾ, ਨਾ ਤੇਰੇ ਧਨ ਨੇ ਨਾਲ ਜਾਣਾ, ਨਾ
तेरी संपत्ति ने, तेरे धन ने, तेरे दौलत ने, तेरी जमीन ने नाल नहीं जाना। कछ संग ना चालै समझ लह, एक भगत नारायण होए संग। एक परमात्मा दी भगती कीती नाल जानी है, कहो नानक भज तह एक रंग। सतगुरु जी कहंदे नानक तू गुरु नानक दा नाम जपिया कर, परमात्मा दा नाम जपिया कर। कहो नानक भज तह एक रंग, एक नाम दे रंग ने प्यारिओ नाल जाना, नाल होर कुछ नहीं जाना। इस करके सतगुरु जी आखदे ने, गुरु तेग बहादुर महाराज कहंदे हर जस रे मना गाए लै, जो संगी है तेरो। अवसर बीतेओ जात है, कहेओ मान लै मेरो। कहंदे बंदिया तेरी जा जिहड़ी उमर है ना, अवसर बीतेओ जात है। एक एक पल पल करके तेरी उम्र घटदी जा रही है। जिदण तो तू जन्म ले लिया, तैनू नहीं पता तेरी मौत कदों आनी है। सतगुरु जी कहंदे क्या जाना कि मरेंगे, पता नहीं कदों मौत आ जानी है। ਉਹਦੇ ਤੋਂ ਪਹਿਲਾਂ ਕਹਿੰਦੇ अवसर बीतेओ जात है, कहेओ मान लै मेरो। गुरु तेग बहादुर महाराज जी कहंदे बंदिया तेरी उम्र तिल तिल पल पल औद फुन घट है। पल पल करके बंदिया तेरी उम्र घटदी जा रही है। पर ਉਹਦੇ ਤੋਂ ਪਹਿਲਾਂ तू नाम जप लै, हर जस रे मना गाए लै, जो संगी है तेरो। जिस नाम ने तेरे नाल जाना। पढ़िओ बचन प्यार दे नाल सारे, किरपा करिओ जिन्हां नूं बाणी पढ़नी आउंदी है ना, ਉਹ ਬਾਣੀ ਨੂੰ ਜ਼ਰੂਰ ਨਾਲ ਪੜਿਆ ਕਰੋ। ਸਾਡੇ ਜਥੇ ਦਾ ਇਹ ਕੰਮ ਨਹੀਂ, ਮੈਂ ਬੇਨਤੀ ਕਰਦਿਆਂ, ਇਹ ਮਾਣ ਵਾਲੀ ਗੱਲ ਵੀ ਨਹੀਂ, ਇਹ ਹੰਕਾਰ ਵਾਲੀ ਗੱਲ ਨਹੀਂ ਕਿ ਅਸੀਂ ਪੈਸੇ ਲੈ ਕੇ ਕੀਰਤਨ ਕਰਦੇ ਆਂ ਤੇ ਅਸੀਂ ਪੈਸੇ ਲਏ ਤੇ ਸਾਡੀ ਤਿੰਨਾਂ ਦੀ ਡਿਊਟੀ ਹੈ ਕਿ ਅਸੀਂ ਕੀਰਤਨ ਕਰਨਾ। ਪਰ ਸਾਡਾ ਮਨ ਕਰਦਾ ਜਿਹੜੇ ਸਾਹਮਣੇ ਬੈਠੇ ਨੇ, ਸਤਿਗੁਰੂ ਜੀ ਕਹਿੰਦੇ ਸਾਰਿਆਂ ਨੂੰ ਉਪਦੇਸ਼ ਤਾਂ ਗੁਰੂ ਦਾ ਸਾਂਝਾ ਹੀ ਹੈ ਨਾ। खतरी ब्राह्मण सूद वैस उपदेश चौं वर्ना को साझा। साडा दिल करदा वे सारे जपण, सारे अपना जीवन सफल कर लैन, असी कल्ले ना जपीए। क्योंकि संगत नूं सारियां नूं सतगुरु जी ने आख्या भई प्राप्त मानुख दे होरिया, गोबिंद मिलन की एह तेरी वरिया। अवर काज तेरे कितै ना काम, मिल साध संगत भज केवल नाम। ਸੰਗਤ ਦੇ ਵਿੱਚ ਬੈਠ ਕੇ ਜਪਿਆ ਨਾਮ ਪਿਆਰਿਓ, ਦਰਗਾਹ ਦੇ ਵਿੱਚ ਕੰਮ ਆਉਂਦਾ ਹੈ। ਅੰਮ੍ਰਿਤ ਵੇਲੇ ਤਾਂ ਸਾਰੇ ਨਿਤਨੇਮ ਆਪਣੇ ਘਰਾਂ ਦੇ ਵਿੱਚ ਕਰੀ ਜਾਂਦੇ ਨੇ, ਰੋਜ਼ ਕਰਦੇ ਨੇ। ਪਰ ਸਤਿਗੁਰੂ ਜੀ ਨੇ ਸਤ ਸੰਗਤ ਨੂੰ ਮਹਾਨਤਾ ਕਿਉਂ ਦਿੱਤੀ ਹੈ, ਕਦੇ ਵਿਚਾਰਿਆ? ਸਤਿਗੁਰੂ ਜੀ ਕਹਿੰਦੇ ਸਤ ਸੰਗਤ ਦੇ ਵਿੱਚ ਬੈਠ ਕੇ ਜਪਿਆ ਨਾਮ ਹੀਰਿਆਂ ਮੋਤੀਆਂ ਤੋਂ ਵੀ ਵੱਧ ਕੀਮਤੀ ਹੁੰਦਾ ਹੈ। ਸਤ ਸੰਗਤ ਦੇ ਵਿੱਚ ਪਤਾ ਨਹੀਂ ਕਿਹੜੀ ਰੂਹ ਇਹੋ ਜੀ ਬੈਠੀ ਹੈ ਜਿਹਦਾ ਜਪ ਤਾਂ ਪੈਨਾ ਕਿ ਉਹਦੇ ਨਾਲ ਬੈਠ ਕੇ ਸਾਡੇ ਪਾਪੀ ਮਨਾਂ ਨੇ ਵੀ ਤਰ ਜਾਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਸਤ ਸੰਗਤ ਨੂੰ ਮਹਾਨਤਾ ਹੈ। ਸਤ ਸੰਗਤ ਨੂੰ ਗੁਰੂ ਸਾਹਿਬ ਨੇ ਵੱਡਾ ਆਖਿਆ ਹੈ। ਸਤਿਗੁਰੂ ਜੀ ਕਹਿੰਦੇ ਮਿਲ ਰਹੀ ਹੈ ਪ੍ਰਭ ਸਾਧ ਜਨਾ, ਮਿਲ ਹਰ ਕੀਰਤਨ ਸੁਣੀਏ ਰਾਮ। गुर साधु संगत मिलै, हीरे रतन लभन। कहते गुरु दी ते गुरु दे प्यारे सेवकां दी संगत मिल जावे, उन्हां दे विचों हीरे मिल जांदे ने। हीरे रतन लभन, कीमती नाम मिल जांदा है। इस करके मेरी बेनती है कि जिन्ने बैठे हो, जिन्हां नूं बाणी पढ़नी आउंदी है ना, समझ है, ਉਹ ਸਤਿਗੁਰੂ ਜੀ ਦਾ ਹੁਕਮ ਸਮਝ ਕੇ ਜ਼ਰੂਰ ਬਾਣੀ ਨੂੰ ਨਾਲ ਪੜਿਆ ਕਰੋ। ਆਓ ਸਾਰੇ ਸਰਵਣ ਕਰਿਓ। ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ। ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ। हर जस रे मना गाए लै, जो संगी है तेरो। जो संगी है तेरो, जो संगी है तेरो। हर जस
रे मना गाए ले, जो संगी है तेरो। हर जस रे मना गाए ले, जो संगी है तेरो। अवसर बीत्यो जात है, कहो मान ले मेरो। अवसर बीत्यो जात है, कहो मान ले मेरो। जो संगी है तेरो, जो संगी है तेरो। हर जस रे मना गाए ले, जो संगी है तेरो। हर जस रे मना गाए ले, जो संगी है तेरो। संपत रथ तन राज स्यो, अतने हो लगायो। संपत रथ तन राज स्यो, अतने हो लगायो। काल फास जब गल परी, सब पै उपरायो। काल फास जब गल परी, सब पै उपरायो। जो संगी है तेरो, जो संगी है तेरो। हर जस रे मना गाए ले, जो संगी है तेरो। हर जस रे मना गाए ले, जो संगी है तेरो। संपत रथ तन राज स्यो, अतने हो लगायो। काल फास जब गल परी, सब पै उपरायो। संपत रथ तन राज स्यो, अतने हो लगायो। गुरु तेग बहादुर महाराज जी आखਦੇ ਨੇ, ਕਹਿੰਦੇ ਸੰਪਤ ਰਥ ਧਨ ਰਾਜ ਸਿਓ, ਆਪਣੀ ਪ੍ਰਾਪਰਟੀ ਦੇ ਨਾਲ, ਆਪਣੇ ਪਰਿਵਾਰ ਦੇ ਨਾਲ, ਆਪਣੇ ਰਾਜ ਭਾਗ ਦੇ ਨਾਲ, ਕਹਿੰਦੇ ਬੰਦਿਆ ਤੂੰ ਬੜਾ ਚਿੱਤ ਲਾਇਆ, ਬੜਾ ਪਿਆਰ ਕਰਦਾ ਹੈ ਆਪਣੇ ਰਾਜ ਭਾਗ ਨੂੰ, ਆਪਣੀ ਧਨ ਦੌਲਤ ਨੂੰ। ਪਰ ਕਹਿੰਦੇ ਸੱਚ ਕਰਕੇ ਜਾਣੀ ਬੰਦਿਆ, ਜਦੋਂ ਤੇਰਾ ਅੰਤਮ ਸਮਾਂ ਆਵੇਗਾ ਨਾ, ਜਿਨ੍ਹਾਂ ਚੀਜ਼ਾਂ ਦਾ ਅੱਜ ਤੂੰ ਮਾਣ ਕਰਦਾ ਹੈ, ਮੇਰਾ ਰਾਜ ਚੱਲਦਾ ਹੈ, ਮੇਰੇ ਕੋਲ ਪੈਸਾ ਬਹੁਤ ਹੈ,
ਮੇਰੇ ਕੋਲ ਨਗਰ ਦੇ ਵਿੱਚ ਸਭ ਤੋਂ ਸੋਹਣੀ ਉੱਚੀ ਕੋਠੀ ਬਣੀ ਹੈ, ਸਭ ਤੋਂ ਸੋਹਣੀ ਗੱਡੀ ਮੇਰੇ ਕੋਲ ਹੈ। ਸਤਿਗੁਰੂ ਜੀ ਕਹਿੰਦੇ ਇਹਨਾਂ ਦੇ ਨਾਲ ਤੂੰ ਬੜਾ ਨੇਹ ਲਗਾਇਆ, ਬੜਾ ਇਹਨਾਂ ਚੀਜ਼ਾਂ ਦਾ ਤੂੰ ਮਾਣ ਕਰਦਾ ਬੰਦਿਆ। ਪਰ ਕਾਲ ਫਾਸ ਜਬ ਗੱਲ ਭਰੀ ਸਭ ਭਇਓ ਪਰਾਇਓ। ਕਹਿੰਦੇ ਜਿੱਦਣ ਤੇਰੇ ਗਲ ਦੇ ਵਿੱਚ ਮੌਤ ਦਾ ਫੰਦਾ ਪੈ ਗਿਆ ਨਾ, ਤੇਰੀਆਂ ਚੀਜ਼ਾਂ ਸਾਰੀਆਂ ਪਰਾਈਆਂ ਹੋ ਜਾਣੀਆਂ। ਆਖੋ ਸਤਿਨਾਮ ਵਾਹਿਗੁਰੂ। ਤੇਰੇ ਧਨ ਨੇ ਤੇਰਾ ਸਾਥ ਨਹੀਂ ਦੇਣਾ। ਕਹਿੰਦੇ ਇੱਕ ਬੰਦਾ ਪਿਛਲੇ ਮਹੀਨੇ ਅੰਮ੍ਰਿਤਸਰ ਹਸਪੀਟਲ ਦੇ ਵਿੱਚ ਇੱਕ ਮਰੀਜ਼ ਦਾਖਲ ਹੈ, ਬਹੁਤ ਅਮੀਰ ਘਰ ਦਾ ਬੰਦਾ ਹੈ, ਤੇ ਪਰਿਵਾਰ ਵਾਲੇ ਡਾਕਟਰ ਨੂੰ ਆਖਦੇ ਨੇ, ਕਹਿੰਦੇ ਜਿੰਨੇ ਪੈਸੇ ਚਾਹੀਦੇ ਲੈ ਲਓ, ਪਰ ਇਹ ਸਾਡਾ ਮਰੀਜ਼ ਬਚ ਜਾਣਾ ਚਾਹੀਦਾ ਹੈ। ਤੇ ਕਹਿੰਦੇ ਡਾਕਟਰ ਨੇ ਹੁਣ ਜਿਹੜਾ ਰੋਗ ਸੀ ਉਹਦੇ ਰੋਗ ਮੁਤਾਬਕ ਦੱਸਿਆ ਕਿ ਜਿਹੜੇ ਇਹਦੀ ਰੋਗ ਦੀ ਦਵਾਈ ਹੈ ਨਾ ਉਹ ਚੰਡੀਗੜ੍ਹ ਤੋਂ ਮਿਲਣੀ ਆ, PGI ਹਸਪੀਟਲ ਤੋਂ। ਅੰਮ੍ਰਿਤਸਰ ਦੇ ਵਿੱਚ ਉਹ ਦਾਖਲ ਹੈ। ਕਹਿੰਦੇ 50,000 ਰੁਪਈਆ ਇੱਕ ਟੀਕੇ ਦੀ ਕੀਮਤ ਦੱਸੀ ਡਾਕਟਰ ਨੇ ਵੀ PGI ਚੰਡੀਗੜ੍ਹ ਤੋਂ ਮਿਲੂਗਾ, ਤੁਸੀਂ ਲੈ ਕੇ ਆਓ, ਜੇ ਤੁਸੀਂ ਲਿਆਉਂਦੇ ਹੋ ਇਹਦੇ ਲਾ ਦੇਵਾਂਗੇ, ਸ਼ਾਇਦ ਬਚ ਜਾਵੇ। ਹੁਣ ਪਰਿਵਾਰ ਨੇ ਪੈਸਾ ਕੋਲ ਸੀ, 8 ਤੋਂ 10 ਘੰਟੇ ਆਣ ਜਾਣ ਦਾ ਸਫ਼ਰ ਕੀਤਾ, ਟੀਕਾ ਖਰੀਦ ਕੇ ਡਾਕਟਰ ਨੂੰ ਲਿਆ ਕੇ ਦੇਤਾ। ਹੁਣ ਡਾਕਟਰ ਨੇ ਵਿੱਚੋਂ ਸਿਰਿੰਜ ਵੀ ਭਰ ਲਈ। ਹੁਣ ਜਿਵੇਂ ਮਰੀਜ਼ ਦੇ ਕੋਲ ਜਦੋਂ ਉਹਦੇ ਲਾਣ ਦੇ ਲਈ ਜਾਂਦਾ ਹੈ, ਹਜੇ ਮਰੀਜ਼ ਦੇ ਕੋਲ ਸਾਹਮਣੇ ਡਾਕਟਰ ਖੜਾ, ਬੈੱਡ ਦੇ ਉੱਤੇ ਮਰੀਜ਼ ਪਿਆ ਹੈ, ਟੀਕਾ ਵੀ ਭਰਿਆ ਹੋਇਆ ਹੈ, ਪਰ ਕਹਿੰਦੇ ਮੌਤ ਦਾ ਬੁਲਾਵਾ ਆ ਗਿਆ। ਡਾਕਟਰ ਦੇ ਹੱਥ ਦੇ ਵਿੱਚ ਟੀਕਾ, ਡਾਕਟਰ ਨੇ ਜ਼ਿੰਦਗੀ ਦੇਣੀ ਸੀ, ਪਰ ਸਤਿਗੁਰੂ ਜੀ ਨੇ ਮੌਤ ਦੇਣੀ ਸੀ। ਮੌਤ ਪਹਿਲਾਂ ਆ ਗਈ। ਕਹਿਣ ਤੋਂ ਭਾਵ ਕਿ ਪੈਸਾ ਵੀ ਕੰਮ ਨਹੀਂ ਆਉਂਦਾ ਫਿਰ ਜਦੋਂ ਮੌਤ ਦਾ ਬੁਲਾਵਾ ਆ ਜਾਂਦਾ ਹੈ। ਜਦੋਂ ਸਾਹ ਖਤਮ ਹੋਣੇ ਨੇ ਨਾ, ਫਿਰ ਜਿੰਨੀ ਮਰਜ਼ੀ ਕੋਈ ਐਂਬੂਲੈਂਸ ਭਜਾ ਲਵੇ, ਜਿੱਥੇ ਤੱਕ ਜ਼ੋਰ ਲੱਗਦਾ ਲਾ ਲਵੇ, ਫਿਰ ਨਹੀਂ ਬਚਦਾ। ਸਤਿਗੁਰੂ ਜੀ ਕਹਿੰਦੇ ਆਈ ਆਗਿਆ ਫਿਰ ਉਹ ਬੁਲਾਇਆ। ਜਦੋਂ ਪ੍ਰਮਾਤਮਾ ਦੀ ਆਗਿਆ ਆ ਗਈ, ਜਦੋਂ ਉਹਦਾ ਹੁਕਮ ਹੋ ਗਿਆ, ਸਤਿਗੁਰੂ ਜੀ ਕਹਿੰਦੇ ਫਿਰ ਸੰਸਾਰ ਨੂੰ ਛੱਡ ਕੇ ਜਾਣਾ ਪੈਣਾ। ਤੂੰ ਇਹ ਨਹੀਂ ਕਹਿ ਸਕਦਾ ਕਿ ਮੇਰਾ ਪੈਸਾ ਮੈਨੂੰ ਮੌਤ ਤੋਂ ਬਚਾ ਲੂਗਾ, ਨਹੀਂ। ਮੇਰਾ ਰਾਜ ਚੱਲਦਾ ਹੈ, ਮੈਂ ਮੌਤ ਤੋਂ ਬਚ ਜਾਵਾਂਗਾ, ਮੈਂ ਧਨਾੜ ਹਾਂ, ਮੇਰੇ ਧੀਆਂ ਪੁੱਤਰ ਨੇ, ਕਹਿੰਦੇ ਕੋਈ ਨਹੀਂ ਬਚ ਸਕਦਾ। ਮੌਤ ਸਭਨਾਂ ਨੂੰ ਆ ਰਹੀ ਹੈ, ਪਤਾ ਨਹੀਂ ਕਦੋਂ ਆ ਜਾਣੀ ਹੈ। ਸਤਿਗੁਰੂ ਜੀ ਕਹਿੰਦੇ ਕਾਲ ਫਾਸ ਜਬ ਗੱਲ ਭਰੀ ਸਭ ਭਇਓ ਪਰਾਇਓ। ਸਾਰੀਆਂ ਚੀਜ਼ਾਂ ਧੀਆਂ ਪੁੱਤ ਵੀ ਦੂਰ ਹੋ ਜਾਂਦੇ ਨੇ। ਕਹਿੰਦੇ ਇੱਕ ਦਿਨ ਸਿਕੰਦਰ ਬਾਦਸ਼ਾਹ ਸੁਪਨੇ ਦੇ ਵਿੱਚ ਦੇਖਦਾ ਕਿ ਮੌਤ ਆ ਗਈ ਸਿਕੰਦਰ ਬਾਦਸ਼ਾਹ ਨੂੰ। ਅਜੇ ਮੌਤ ਆਈ ਨਹੀਂ, ਅਜੇ ਸੁਪਨਾ ਹੀ ਆਇਆ। ਸੁਪਨੇ ਦੇ ਵਿੱਚ ਮੌਤ ਦਾ ਫਰਿਸ਼ਤਾ ਆ ਗਿਆ, ਸਿਕੰਦਰ ਬਾਦਸ਼ਾਹ ਨੂੰ ਆਖਦਾ ਭਾਈ ਤੈਨੂੰ ਲੈ ਕੇ ਜਾਣਾ ਹੈ। ਸਿਕੰਦਰ ਬਾਦਸ਼ਾਹ ਕਹਿੰਦਾ ਮੇਰੇ ਕੋਲ ਪੈਸਾ ਬਹੁਤ ਹੈ, ਮੇਰੇ ਕੋਲੋਂ ਪੈਸਾ ਲੈ ਲਓ, ਮੈਨੂੰ ਬਖਸ਼ ਦਿਓ, ਮੈਂ ਰਾਜਾ ਹਾਂ, ਮੈਂ ਰਾਜ ਭਾਗ ਚਲਾਉਣਾ ਹੈ। ਕਹਿੰਦੇ ਜਮਦੂਤ ਸਿਰ ਹਿਲਾਤਾ ਨਾ ਦੇ ਵਿੱਚ, ਕਹਿੰਦੇ ਨਹੀਂ, ਅਸੀਂ ਪੈਸਿਆਂ ਦੇ ਨਾਲ ਖਰੀਦੇ ਨਹੀਂ ਜਾਂਦੇ, ਤੇਰੀ ਵਾਰੀ ਆਈ ਹੈ, ਤੈਨੂੰ ਲੈ ਕੇ ਜਾਣਾ ਹੈ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਸ ਗੱਲ ਦੇ ਉੱਤੇ ਮੋਹਰ ਲਾਉਂਦੇ ਨੇ, ਕਹਿੰਦੇ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ। ਬੰਦਿਆ ਜਿੱਦਣ ਮੇਰੀ ਵਾਰੀ ਆ ਗਈ ਨਾ, ਉਦਣ ਮੈਨੂੰ ਜਾਣਾ ਪੈਣਾ, ਜਿੱਦਣ ਤੇਰੀ ਵਾਰੀ ਆ ਗਈ ਉਦਣ ਤੈਨੂੰ ਜਾਣਾ ਪੈਣਾ। ਇਹ ਅਟਲ ਸਚਾਈ ਹੈ। ਪਰ ਉਹਦੇ ਤੋਂ ਪਹਿਲਾਂ ਸਤਿਗੁਰੂ ਜੀ ਕਹਿੰਦੇ ਹਰ ਜਪਦਿਆਂ ਖਿੰਨ ਢਿੱਲ ਨਾ ਕੀਜਈ। ਪ੍ਰਮਾਤਮਾ ਦਾ ਨਾਮ ਜਪਦਿਆ ਬੰਦਾ ਤੂੰ ਜਰਾ ਵੀ ਦੇਰੀ ਨਾ ਕਰ। ਮਤ ਕੇ ਜਾਪੈ ਸਾਹੋ ਆਵੇ ਕਿ ਨਾ ਆਵੇ ਰਾਮ। ਕੀ ਪਤਾ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ। ਅਸੀਂ ਤਾਂ ਕੱਲ ਤੇ ਮਨ ਬਣਾ ਕੇ ਰੱਖ ਲਿਆ ਭਾਈ, ਹੁਣ ਅੱਜ ਸੁਣਿਆ, ਅੱਜ ਸੰਗਤ ਵਿੱਚ ਸੁਣਿਆ ਵੀ ਨਾਮ ਜਪਣਾ ਹੈ, ਅਸੀਂ ਕੱਲ ਨੂੰ ਜਪਾਂਗੇ। ਸਾਡਾ ਮਨ ਆਖਦਾ ਵੀ ਅੰਮ੍ਰਿਤ ਵੇਲੇ ਉੱਠ ਕੇ ਜਪਾਂਗੇ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨਹੀਂ, ਮਤ ਕੀ ਜਾਪੈ ਸਾਹੋ ਆਵੇ ਕਿ ਨਾ ਆਵੇ ਰਾਮ। ਬੰਦਿਆ ਤੂੰ ਕੱਲ ਤੇ ਗੱਲ ਛੱਡਤੀ, ਕੀ ਪਤਾ ਤੈਨੂੰ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ। ਇਸ ਕਰਕੇ ਤੂੰ ਹੁਣੇ ਜਪਣਾ ਸ਼ੁਰੂ ਕਰ ਦੇ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਤਾਂ ਕਰਕੇ ਤੇਰਾ ਮਰਨ ਸਫਲਾ ਹੋ ਜਾਵੇ, ਤੇਰੀ ਮੌਤ ਚੰਗੀ ਹੋ ਜਾਵੇ।
ਸਿਕੰਦਰ ਬਾਦਸ਼ਾਹ ਕਹਿਣ ਲੱਗਾ ਪੈਸੇ ਲੈ ਲਓ, ਕਹਿੰਦੇ ਨਹੀਂ। ਸਿਕੰਦਰ ਬਾਦਸ਼ਾਹ ਕਹਿਣ ਲੱਗਾ ਮੇਰਾ ਪਰਿਵਾਰ, ਮੇਰਾ ਵੱਡਾ ਪਰਿਵਾਰ ਹੈ, ਥੋੜਾ ਸਮਾਂ ਦਿਓ, ਮੈਂ ਪਰਿਵਾਰ ਨੂੰ ਪੁੱਛ ਲਾਂ, ਮੇਰੀ ਖਾਤਰ ਮੇਰੀ ਕੋਈ ਰਾਣੀ ਮਰ ਜਾਊਗੀ। ਰਾਜਾ ਮਹਾਰਾਜਾ ਸਿਕੰਦਰ ਬਾਦਸ਼ਾਹ, ਅਨੇਕਾਂ ਰਾਣੀਆਂ ਨੇ, ਅਨੇਕਾਂ ਧੀਆਂ ਪੁੱਤਰ ਨੇ। ਕਹਿੰਦੇ ਸੁਪਨੇ ਦੇ ਵਿੱਚ ਆਪਣੀਆਂ ਰਾਣੀਆਂ ਨੂੰ ਦੱਸਦਾ ਵੀ ਮੈਨੂੰ ਜਮਦੂਤ ਲੈਣ ਆ ਗਏ, ਮੇਰੀ ਖਾਤਰ ਕੋਈ ਮਰ ਜਾਓ। ਤੇ ਹੁਣ ਰਾਣੀਆਂ ਜਿਨ੍ਹਾਂ ਦੀ ਖਾਤਰ ਸਿਕੰਦਰ ਬਾਦਸ਼ਾਹ ਦੁਨੀਆ ਨੂੰ ਲੁੱਟ ਲਿਆਉਂਦਾ ਰਿਹਾ, ਉਹਨਾਂ ਰਾਣੀਆਂ ਨੇ ਅੱਜ ਨਾ ਕਰਤੀ। ਕਹਿੰਦੇ ਰਾਜਨ, ਅਸੀਂ ਤੇਰੀ ਆਈ ਕਿਉਂ ਮਰੀਏ, ਤੇਰੀ ਮੌਤ ਹੈ, ਤੂੰ ਮਰ, ਅਸੀਂ ਕਿਉਂ ਮਰਨਾ ਹੈ। ਸਿਕੰਦਰ ਬਾਦਸ਼ਾਹ ਆਪਣੇ ਧੀਆਂ ਦੇ ਪੁੱਤਾਂ ਦੇ ਕੋਲ ਗਿਆ। ਸਿਕੰਦਰ ਬਾਦਸ਼ਾਹ ਜਾ ਕੇ ਕਹਿੰਦਾ ਪੁੱਤ ਐ ਧੀ ਮੇਰੇ ਲਈ ਮਰ ਜਾ, ਮੇਰੀ ਮੌਤ ਆਈ ਹੈ, ਤੂੰ ਮੇਰੇ ਲਈ ਇੱਕ ਜਾਣਾ ਮਰ ਜਾਓ। ਧੀਆਂ ਪੁੱਤਰਾਂ ਨੇ ਵੀ ਜਵਾਬ ਦੇ ਦਿੱਤਾ, ਆਖੋ ਸਤਨਾਮ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਖਦੇ ਨੇ, ਕਹਿੰਦੇ ਬੰਦਿਆ ਜਿਨ੍ਹਾਂ ਦੀ ਖਾਤਰ ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾ ਰੱਬ ਹੈ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿਲੀਜੇ। ਗੁਰਬਾਣੀ ਦੀ ਮੋਹਰ ਲੱਗਣੀ ਜ਼ਰੂਰੀ ਹੈ, ਕਿਉਂਕਿ ਫਿਰ ਕੋਈ ਸ਼ੰਕਾ ਨਹੀਂ ਰਹਿੰਦਾ। ਸਾਖੀ ਝੂਠੀ ਹੋ ਸਕਦੀ ਹੈ, ਕਹਾਣੀ ਮਨ ਨੂੰ ਸੇਧ ਦੇਣ ਦੇ ਲਈ ਹੋ ਸਕਦੀ ਹੈ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਚਨ ਤਾਂ ਜੁਗੋ ਜੁਗ ਅਟਲ ਹੈ ਨਾ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਧੀਆਂ ਪੁੱਤਰਾਂ ਦੀ ਖਾਤਰ ਬਹੁ ਪਰਪੰਚ ਕਾਰ ਪਰ ਧਨ, ਤਰ੍ਹਾਂ ਤਰ੍ਹਾਂ ਦੇ ਬੰਦਿਆਂ ਪਰਪੰਚ ਠੱਗੀਆਂ ਕਰਕੇ ਪਤਾ ਨਹੀਂ ਕਿਵੇਂ ਤੂੰ ਕਮਾ ਕੇ ਆਪਣੇ ਧੀਆਂ ਪੁੱਤਰਾਂ ਲਈ ਬਹੁ ਪਰਪੰਚ ਕਰ ਪਰ ਧਨ, ਪਰਾਇਆ ਧਨ ਘਰ ਮੈਂ ਲਿਆਵੇ, ਸੁਤ ਦਾ ਰੱਬ ਹੈ ਆਨ ਲੁਟਾਵੇ। ਹੁਣ ਬੰਦਾ ਆਪ ਵੀ ਨਹੀਂ ਖਰਚਦਾ। ਸਤਿਗੁਰੂ ਜੀ ਕਹਿੰਦੇ ਆਪਣੇ ਧੀਆਂ ਪੁੱਤਰਾਂ ਲਈ ਜੋੜ ਕੇ ਰੱਖਦਾ ਕਿ ਮੇਰੇ ਧੀਆਂ ਪੁੱਤਰ ਸੁਖੀ ਵਸਣ। ਸਾਰੇ ਇਹੀ ਕੁਝ ਕਰਦੇ ਆ ਨਾ, ਬੈਂਕ ਬੈਲੈਂਸ ਆਪਣੇ ਧੀਆਂ ਪੁੱਤਰਾਂ ਦੇ ਲਈ ਜੋੜਦੇ ਆ ਨਾ। ਸਤਿਗੁਰੂ ਜੀ ਕਹਿੰਦੇ ਆਪ ਵੀ ਨਹੀਂ ਖਰਚਦਾ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੇਧ ਦਿੰਦੇ ਨੇ, ਕਹਿੰਦੇ ਬੰਦਿਆ ਉਹ ਪਾਪ ਕਰਨ ਵਾਲਿਆ ਤੂੰ ਇਸ ਗੱਲ ਨੂੰ ਯਾਦ ਰੱਖ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿਲੀਜੇ। ਤੂੰ ਠੱਗੀਆਂ ਕੀਤੀਆਂ ਆਪਣੇ ਧੀਆਂ ਪੁੱਤਰਾਂ ਦੇ ਲਈ, ਭੁੱਲ ਕੇ ਵੀ ਇਹੋ ਜਿਹਾ ਕਰਮ ਨਾ ਕਰ, ਕਿਉਂਕਿ ਅੰਤ ਨਵੇਰਾ ਤੇਰੇ ਜੀ ਪਹਿਲੀਜੇ। ਅੰਤ ਨੂੰ ਹਿਸਾਬ ਧਰਮ ਰਾਏ ਦੀ ਕਚਹਿਰੀ ਦੇ ਵਿੱਚ ਬੰਦਿਆ ਤੇਰੀ ਜਿੰਦ ਦੇ ਨਾਲ ਹੋਣਾ, ਇਸ ਕਰਕੇ ਤੂੰ ਪਾਪ ਨਾ ਕਰਿਆ ਕਰ। ਸਿਕੰਦਰ ਬਾਦਸ਼ਾਹ ਲੁੱਟ ਦੁਨੀਆ ਨੂੰ ਲਿਆਉਂਦਾ ਰਿਹਾ, ਧੀਆਂ ਪੁੱਤਰਾਂ ਦੇ ਉੱਤੋਂ ਲੁਟਾਉਂਦਾ ਰਿਹਾ, ਪਰ ਅੱਜ ਧੀਆਂ ਪੁੱਤਰਾਂ ਨੇ ਜਵਾਬ ਦੇਤਾ। ਫਿਰ ਸਤਿਗੁਰੂ ਜੀ ਦਾ ਬਚਨ ਸਾਹਮਣੇ ਆ ਜਾਂਦਾ, ਕਹਿੰਦੇ ਸੰਪਤ ਰਥ ਧਨ ਰਾਜ ਸਿਓ ਹੱਥ ਨੇਹੋਂ ਲਗਾਇਓ। ਕਹਿੰਦੇ ਜਿਨ੍ਹਾਂ ਦੇ ਨਾਲ ਸਿਕੰਦਰ ਬਾਦਸ਼ਾਹ ਨੇ ਨਹੀਂ ਲਾਇਆ, ਪਿਆਰ ਕੀਤਾ, ਕਾਲ ਫਾਸ ਜਬ ਗਲ ਭਰੀ, ਸਭ ਭਇਓ ਪਰਾਇਓ। ਕਹਿੰਦੇ ਅੱਜ ਸਿਕੰਦਰ ਬਾਦਸ਼ਾਹ ਦੀ ਜੀ ਮੌਤ ਆਈ ਹੈ ਨਾ, ਫਿਰ ਸਾਰੀਆਂ ਚੀਜ਼ਾਂ ਪਰਾਈਆਂ ਹੋ ਗਈਆਂ, ਧੀਆਂ ਪੁੱਤਰ ਵੀ ਪਰਾਏ ਹੋ ਗਏ, ਧਨ ਵੀ ਪਰਾਇਆ ਹੋ ਗਿਆ, ਪ੍ਰਜਾ ਵੀ ਪਰਾਈ ਹੋ ਗਈ, ਘਰ ਵਾਲੀਆਂ ਜਿੰਨੀਆਂ ਰਾਣੀਆਂ ਸੀ ਉਹ ਵੀ ਪਰਾਈਆਂ ਹੋ ਗਈਆਂ। ਕਹਿੰਦੇ ਸਭ ਭਇਓ ਪਰਾਇਓ। ਸਿਕੰਦਰ ਬਾਦਸ਼ਾਹ ਨੂੰ ਜਾਣਾ ਪੈ ਗਿਆ ਮੌਤ ਦੇ ਨਾਲ। ਮੌਤ ਦਾ ਫਰਿਸ਼ਤਾ ਸੁਪਨੇ 'ਚ ਸਿਕੰਦਰ ਬਾਦਸ਼ਾਹ ਨੂੰ ਲੈ ਗਿਆ, ਜਦੋਂ ਕੋਈ ਨਾ ਗਿਆ। ਇੰਨੇ ਨੂੰ ਕਹਿੰਦੇ ਅੱਖ ਖੁੱਲ ਗਈ, ਅੰਮ੍ਰਿਤ ਵੇਲਾ ਹੋਇਆ ਤੇ ਸਿਕੰਦਰ ਬਾਦਸ਼ਾਹ ਆਪਣੇ ਦਰਬਾਰ ਦੇ ਵਿੱਚ ਆਇਆ। ਤੇ ਰਾਜੇ ਜਦੋਂ ਸਿਕੰਦਰ ਬਾਦਸ਼ਾਹ ਆਪਣੇ ਤਖਤ ਦੇ ਉੱਤੇ ਬੈਠਾ, ਹੁਕਮ ਕੀਤਾ, ਕਹਿੰਦਾ ਜਿੰਨੀ ਮੇਰੀ ਪ੍ਰਜਾ ਹੈ ਨਾ ਸਾਰਿਆਂ ਨੂੰ ਬੁਲਾ ਕੇ ਲਿਆਓ। ਹੁਣ ਸਾਰੀ ਪ੍ਰਜਾ ਇਕੱਤਰ ਹੋ ਗਈ, ਮੰਤਰੀ ਸ਼ਾਂਤਰੀ ਵਜ਼ੀਰ ਜਿੰਨੇ ਵੀ ਨੇ ਸਾਰੇ ਬੈਠੇ ਨੇ। ਕਹਿੰਦੇ ਸਿਕੰਦਰ ਬਾਦਸ਼ਾਹ ਆਖਦਾ ਇੱਕ ਕਾਗਜ਼ ਲਿਆਓ। ਕਾਗਜ਼ ਲਿਆਂਦਾ ਗਿਆ, ਕਹਿੰਦੇ ਇਹਦੇ ਤੇ ਲਿਖੋ ਕਿ ਜਿਸ ਦਿਨ ਸਿਕੰਦਰ ਬਾਦਸ਼ਾਹ ਮਰੇਗਾ ਨਾ, ਸਿਕੰਦਰ ਬਾਦਸ਼ਾਹ ਜਦੋਂ ਮਰ ਗਿਆ, ਸਿਕੰਦਰ ਬਾਦਸ਼ਾਹ ਦੇ ਹੱਥ ਅਰਥੀ ਤੋਂ ਥੱਲੇ ਲਮਕਦੇ ਹੋਣੇ ਚਾਹੀਦੇ ਨੇ, ਇਦਾਂ ਲਿਖੋ। ਤੇ ਹੁਣ ਪੁੱਛਦੇ ਨੇ ਮੰਤਰੀ ਬਾਦਸ਼ਾਹ ਦੇ, ਕਹਿੰਦੇ ਬਾਦਸ਼ਾਹ ਇਦਾਂ ਕਿਉਂ ਬੋਲਦੇ ਹੋ? ਜਦੋਂ ਕੋਈ ਮਰਦਾ ਹੈ ਉਹਨੂੰ
ਅਰਥੀ ਦੇ ਉੱਤੇ ਪਾਇਆ ਜਾਂਦਾ ਹੈ, ਜਾਂ ਤਾਂ ਉਹਦੇ ਹੱਥ ਉਹਦੇ ਨਾਲ ਰੱਖੇ ਜਾਂਦੇ ਨੇ ਜਾਂ ਉਹਦੇ ਸੀਨੇ ਦੇ ਉੱਤੇ ਹੱਥ ਪਏ ਹੁੰਦੇ ਨੇ। ਤੁਸੀਂ ਕਹਿੰਦੇ ਹੋ ਹੱਥ ਥੱਲੇ ਲਮਕਦੇ ਚਾਹੀਦੇ ਨੇ, ਕਿਉਂ? ਸਿਕੰਦਰ ਬਾਦਸ਼ਾਹ ਹੁਣ ਭਰੇ ਦਰਬਾਰ ਦੇ ਵਿੱਚ ਦੱਸਦਾ, ਕਹਿਣ ਲੱਗਾ ਮੈਂ ਜਿੱਦਣ ਦਾ ਰਾਜਾ ਬਣਿਆ ਮੈਂ ਦੁਨੀਆ ਨੂੰ ਲੁੱਟਦਾ ਰਿਹਾ, ਮੈਂ ਆਪਣੇ ਲਈ ਕੁਝ ਨਹੀਂ ਸੁੱਖ ਲਿਆ, ਮੈਂ ਦੁਨੀਆ ਨੂੰ ਲੁੱਟਿਆ, ਪਾਪ ਕਮਾਇਆ ਕਿ ਮੇਰੇ ਧੀਆਂ ਪੁੱਤਰ ਸੁਖੀ ਵਸਣ, ਮੇਰਾ ਕੁਟੰਬ ਸੁਖੀ ਵਸੇ। ਮੈਂ ਆਪਣੇ ਪਰਿਵਾਰ ਦੇ ਲਈ ਦੁਨੀਆ ਨੂੰ ਲੁੱਟ ਲਿਆਉਂਦਾ ਰਿਹਾ, ਕਦੇ ਕਿਸੇ ਦਾ ਰਾਜ ਖੋਹ ਲਿਆ, ਕਦੇ ਕਿਸੇ ਦਾ ਰਾਜ ਖੋਹ ਲਿਆ। ਕਹਿੰਦੇ ਜੀ ਫਿਰ ਸਿਕੰਦਰ ਬਾਦਸ਼ਾਹ ਕਹਿੰਦਾ ਰਾਤ ਸੁਪਨੇ 'ਚ ਮੌਤ ਆ ਗਈ, ਮੌਤ ਦੇ ਫਰਿਸ਼ਤੇ ਨੂੰ ਮੈਂ ਆਖਿਆ ਮੇਰੀ ਖਾਤਰ ਮੇਰਾ ਧਨ ਲੈ ਜਾ, ਉਹਨੇ ਨਾ ਕਰਤੀ। ਕਹਿੰਦਾ ਮੇਰੀ ਖਾਤਰ ਮੇਰਾ ਪਰਿਵਾਰ ਲੈ ਜਾ, ਮੇਰਾ ਪਰਿਵਾਰ ਦਾ ਕੋਈ ਜੀ ਲੈ ਜਾ, ਕਹਿੰਦੇ ਨਾ ਕਰਤੀ। ਕਹਿੰਦੇ ਤੈਨੂੰ ਜਾਣਾ ਪੈਣਾ, ਮੌਤ ਤੇਰੀ ਆਈ ਹੈ। ਕਹਿੰਦੇ ਫਿਰ ਸਿਕੰਦਰ ਬਾਦਸ਼ਾਹ ਕਹਿੰਦਾ ਫਿਰ ਤਾਂ ਇਹ ਹੈ ਕਿ ਧੀਆਂ ਪੁੱਤਾਂ ਨੇ ਵੀ ਸਾਥ ਨਹੀਂ ਦਿੱਤਾ, ਪਰਿਵਾਰ ਨੇ ਵੀ ਨਾਲ ਨਹੀਂ ਸਾਥ ਦਿੱਤਾ, ਧਨ ਕਮਾਇਆ ਸੀ ਉਹਨੇ ਵੀ ਸਾਥ ਨਹੀਂ ਦਿੱਤਾ। ਇਸ ਕਰਕੇ ਮੈਂ ਦੁਨੀਆ ਨੂੰ ਦੱਸ ਦੇਣਾ ਚਾਹੁੰਦਾ ਕਿ ਦੁਨੀਆ ਦਾ ਮੈਂ ਮਹਾਨ ਰਾਜਾ ਸੀ, ਬਾਦਸ਼ਾਹ ਸੀ, ਪਰ ਜਿੱਦਣ ਮੇਰੀ ਮੌਤ ਆਈ ਮੈਂ ਖਾਲੀ ਹੱਥ ਦੁਨੀਆ ਤੋਂ ਗਿਆ। ਆਖੋ ਸਤਨਾਮ ਵਾਹਿਗੁਰੂ। ਮੌਤ ਜਦੋਂ ਆਉਣੀ ਆ ਉਹਨੇ ਕੁਝ ਨਾਲ ਨਹੀਂ ਲੈ ਕੇ ਜਾਣ ਦੇਣਾ। ਜੋ ਸੰਗੀ ਹੈ ਤੇਰੋ ਹਰ ਜਸ ਰੇ ਮਨਾ ਗਾਏ ਲੈ। ਪਰਮਾਤਮਾ ਦਾ ਨਾਮ ਕਹਿੰਦੇ ਨਾਲ ਜਾਣਾ ਬੰਦਿਆ, ਨਾਮ ਤੋਂ ਬਿਨਾ ਹੋਰ ਕੁਝ ਨਹੀਂ ਜਾਣਾ। ਇਸ ਕਰਕੇ ਸਤਿਗੁਰੂ ਜੀ ਆਖਦੇ ਨੇ ਜਾਨ ਬੂਝ ਕੇ ਬਾਬਰੇ ਤੈ ਕਾਜ ਵਿਗਾਰਿਓ, ਜਾਨ ਬੂਝ ਕੇ ਬਾਬਰੇ ਤੈ ਕਾਜ ਵਿਗਾਰਿਓ, ਪਾਪ ਕਰਤ ਸਪੁਚਿਓ ਨਹੀਂ ਨਹਿ ਗਰਭ ਨਿਵਾਰਿਓ, ਜੋ ਸੰਗੀ ਹੈ ਤੇਰੋ, ਜੋ ਸੰਗੀ ਹੈ ਤੇਰੋ ਹਰ ਜਸ ਰੇ ਮਨ ਗਾਏ ਲੈ, ਜੋ ਸੰਗੀ ਹੈ ਤੇਰੋ ਹਰ ਜਸ ਰੇ ਮਨ ਗਾਏ ਲੈ, ਜੋ ਸੰਗੀ ਹੈ ਤੇਰੋ। ਜਿਹ ਬਿਦ ਗੁਰ ਉਪਦੇਸਿਆ ਸੋ ਸੁਨ ਰੇ ਪਾਈ, ਨਾਨਕ ਕਹਿਤ ਪੁਕਾਰ ਕੇ ਕਹੋ ਪ੍ਰਭ ਸਰਨਾਈ, ਨਾਨਕ ਕਹਿਤ ਪੁਕਾਰ ਕੇ ਕਹੋ ਪ੍ਰਭ ਸਰਨਾਈ, ਜੋ ਸੰਗੀ ਹੈ ਤੇਰੋ, ਜੋ ਸੰਗੀ ਹੈ ਤੇਰੋ ਹਰ ਜਸ ਰੇ ਮਨ ਗਾਏ ਲੈ, ਜੋ ਸੰਗੀ ਹੈ ਤੇਰੋ ਹਰ ਜਸ ਰੇ ਮਨ ਗਾਏ ਲੈ, ਜੋ ਸੰਗੀ ਹੈ ਤੇਰੋ, ਜੋ ਸੰਗੀ ਹੈ ਤੇਰੋ, ਜੋ ਸੰਗੀ ਹੈ ਤੇਰੋ। ਵਾਹਿਗੁਰੂ। ਨਾਮ ਤੋਂ ਬਿਨਾ ਪਿਆਰਿਓ ਕੁਝ ਨਾਲ ਨਹੀਂ ਜਾਣਾ। ਜਿੰਨਾ ਚਿਰ ਸਵਾਸ ਮਿਲੇ ਨੇ ਨਾਮ ਜਪਿਆ ਕਰੀਏ, ਇਸ ਗੱਲ ਨੂੰ ਪਛਾਣਿਆ ਕਰੀਏ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ, ਸਦਾ ਸਦਾ ਰੰਗ ਮਾਣ। ਆਪਣੇ ਮੂਲ ਨੂੰ ਪਛਾਣਿਆ ਕਰੀਏ, ਮਨ ਨੂੰ ਸਮਝਾਇਆ ਕਰੀਏ, ਮਨਾ ਜਿਹੜਾ ਤੈਨੂੰ ਮਨੁੱਖਾ ਸਰੀਰ ਮਿਲਿਆ ਹੈ ਨਾ,
ਇਹ ਬੜੀਆਂ ਘਾਲਣਾ ਘਾਲ ਘਾਲ ਕੇ ਮਿਲਿਆ ਹੈ। ਦੇਵਤੇ ਵੀ ਇਸ ਦੇਹੀ ਨੂੰ ਸਿਮਰਦੇ ਮਰ ਗਏ ਨੇ ਵੀ ਦੇਹੀ ਮਿਲ ਜਾਵੇ, ਪਰ ਨਹੀਂ ਮਿਲੀ। ਸਤਿਗੁਰੂ ਜੀ ਕਹਿੰਦੇ ਤੇਰੇ ਪਿਛਲੇ ਕਰਮ ਕਿਤੇ ਚੰਗੇ ਸੀ ਜੋ ਤੈਨੂੰ ਇਸ ਕਲਯੁਗ ਦੇ ਵਿੱਚ ਮਨੁੱਖਾ ਦੇਹੀ ਮਿਲੀ, ਪਰ ਅੱਗੇ ਜਾ ਕੇ ਤੂੰ ਕਿਹੋ ਜਿਹਾ ਬਣਨਾ ਉਹ ਕਰਮਾਂ ਨੂੰ ਤੂੰ ਇਸ ਕਲਯੁਗ ਦੇ ਵਿੱਚ ਕਮਾਉਣਾ ਹੈ। ਜੋ ਅੱਜ ਖਾ ਰਹੇ ਹਾਂ, ਜੋ ਅੱਜ ਅਸੀਂ ਪਹਿਨ ਰਹੇ ਹਾਂ, ਉਹ ਪਿਛਲੇ ਜਨਮ ਦੀ ਕਮਾਈ ਸੀ। ਚੰਗੇ ਕਰਮ ਸੀ, ਮਨੁੱਖਾ ਜਨਮ ਮਿਲ ਗਿਆ, ਪਰ ਮਨੁੱਖਾ ਜਨਮ ਦੇ ਵਿੱਚ ਆ ਕੇ ਸਤਿਗੁਰੂ ਜੀ ਕਹਿੰਦੇ ਅੱਗਾ ਵੀ ਤਾਂ ਸਵਾਰਨਾ ਹੈ ਨਾ, ਅੱਗੇ ਵੀ ਜਾਣਾ ਹੈ। ਜੇ ਤਾਂ ਹੋਏ ਚੰਗੇ ਕਰਮ ਤਾਂ ਦਰਗਾਹ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਕੰਮ ਆਉਣਗੇ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਤਾਂ ਦਰਗਹਿ ਆਏ ਕੰਮ। ਜੇ ਚੰਗੇ ਕਰਮ ਹੋਏ ਫਿਰ ਦਰਗਾਹ ਦੇ ਵਿੱਚ ਸੱਚਖੰਡ ਨਿਵਾਸ ਮਿਲ ਜਾਊਗਾ। ਜੇ ਹੋਏ ਕਰਮ ਮਾੜੇ ਫਿਰ ਸਤਿਗੁਰੂ ਜੀ ਕਹਿੰਦੇ ਜੂਨਾਂ ਦਾ ਗੇੜ, ਫਿਰ ਕਦੇ ਸੱਪ ਬਣ ਗਿਆ, ਕਦੇ ਕੁਝ ਬਣ ਗਿਆ, ਕਦੇ ਪਸ਼ੂ ਬਣ ਗਿਆ। ਕਬੀਰ ਸਾਹਿਬ ਕਹਿੰਦੇ ਜਿੱਦਣ ਪਸ਼ੂ ਬਣ ਗਿਆ ਨਾ ਬੰਦਿਆ ਤੂੰ, ਚਾਰ ਪਾਵ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਪੁੱਛਦੇ ਨੇ ਕਬੀਰ ਸਾਹਿਬ, ਕਹਿੰਦੇ ਜਦੋਂ ਤੇਰੇ ਚਾਰ ਪੈਰ ਹੋਏ, ਤੇਰੇ ਸਿਰ ਦੇ ਉੱਤੇ ਸਿੰਘ ਹੋਏ, ਗੂੰਗਾ ਤੇਰਾ ਮੁਖ ਹੋਇਆ, ਇਹ ਮੇਰੇ ਬਚਨ ਨਹੀਂ ਭਗਤ ਕਬੀਰ ਸਾਹਿਬ ਦੇ ਨੇ। ਤਬ ਕੈਸੇ ਗੁਣ ਗਈ ਹੈ, ਕਹਿੰਦੇ ਫਿਰ ਦੱਸ ਕਿਵੇਂ ਗੁਣ ਗਾਏਗਾ। ਜਦੋਂ ਮਨੁੱਖਾ ਦੇਹੀ ਪ੍ਰਾਪਤ ਕਰਕੇ 70-80 ਸਾਲ ਨਾਮ ਨਹੀਂ ਜਪਿਆ, ਫਿਰ ਪਸ਼ੂ ਬਣ ਕੇ ਕਿਵੇਂ ਨਾਮ ਜਪੇਗਾ। ਫਿਰ ਤਾਂ ਸਤਿਗੁਰੂ ਜੀ ਕਹਿੰਦੇ ਬੜੀ ਮਾਰ ਪੈਣੀ ਹੈ। ਫਿਰ ਤਾਂ ਜਦੋਂ ਪਸ਼ੂ ਦੀ ਜੂਨ ਮਿਲ ਗਈ ਨਾ, ਕਿਸੇ ਨੇ ਗੱਡੇ ਦੇ ਵਿੱਚ ਜੋੜ ਲਿਆ। ਕਬੀਰ ਸਾਹਿਬ ਕਹਿੰਦੇ ਇੱਕ ਸੇਠ ਸੀ, ਮੈਂ ਕੇਵਲ ਬੇਨਤੀ ਨੂੰ 5 ਮਿੰਟ ਦੇ ਵਿੱਚ ਸਮਾਪਤ ਕਰਨਾ, ਸਮਾਂ ਹੋ ਚੱਲਿਆ। ਤੇ ਜਿਸ ਘਰ ਦੇ ਵਿੱਚ ਇੱਕ ਪਿਤਾ ਚਲੇ ਗਿਆ, ਉਸ ਪਿਤਾ ਦੀ ਘਰ ਦੇ ਵਿੱਚੋਂ ਅੱਜ ਗੈਰ ਹਾਜ਼ਰੀ। ਉਹ ਪਿਤਾ ਕਿਹੋ ਜਿਹਾ ਹੁੰਦਾ ਹੈ ਤੇ ਪਿਤਾ ਦਾ ਰੁਤਬਾ ਕਿਉਂ, ਮੈਂ ਇਹਦੇ ਬਾਰੇ ਵੀ ਬੇਨਤੀ ਕਰਨੀ। ਇਸ ਕਰਕੇ ਮੈਂ 5 ਮਿੰਟ ਦੀ ਬੇਨਤੀ ਇਸ ਜੂਨਾਂ ਦੇ ਗੇੜ ਦੀ ਆਪ ਸੰਗਤ ਦੀ ਝੋਲੀ ਦੇ ਵਿੱਚ ਪਾਵਾਂ। ਕਬੀਰ ਸਾਹਿਬ ਇੱਕ ਸੇਠ ਨੂੰ ਆਖਿਆ ਕਰਨ, ਸੇਠ ਜੀ ਨਾਮ ਜਪ ਲਿਆ ਕਰੋ, ਨਾਮ ਨੇ ਨਾਲ ਜਾਣਾ ਹੈ। ਸੇਠ ਬੜਾ ਅਮੀਰ, ਕਹਿਣ ਲੱਗਾ ਜੀ ਨਾਮ ਜਪਣ ਦਾ ਤਾਂ ਸਮਾਂ ਹੀ ਨਹੀਂ, ਕਾਰੋਬਾਰ ਇੰਨਾ ਵੱਡਾ। ਸੇਠ ਜੀ ਕਹਿੰਦੇ ਕਾਰੋਬਾਰ ਨੇ, ਧਨ ਨੇ ਕਿਹੜਾ ਨਾਲ। ਕਬੀਰ ਸਾਹਿਬ ਨੂੰ ਆਖਦੇ, ਕਹਿੰਦੇ ਸਮਾਂ ਨਹੀਂ। ਕਬੀਰ ਸਾਹਿਬ ਕਹਿੰਦੇ ਧਨ ਨੇ ਨਾਲ ਨਹੀਂ ਜਾਣਾ। ਕਹਿੰਦੇ ਕੋਈ ਗੱਲ ਨਹੀਂ, ਨਾਮ ਨਹੀਂ ਜਪਿਆ, ਕਹਿਣਾ ਮੰਨਿਆ ਨਹੀਂ। ਕਹਿੰਦੇ ਸੇਠ ਦੀ ਤਾਂ ਮੌਤ ਹੋ ਗਈ, ਕਰਮ ਮਾੜੇ ਸੀ, ਠੱਗੀਆਂ ਕਰਦਾ ਸੀ ਵਪਾਰ ਦੇ ਵਿੱਚ। ਹੁਣ ਇੱਕ ਬੈਲ ਦੀ ਜੂਨੀ ਮਿਲ ਗਈ, ਤੇ ਜਦੋਂ ਬੈਲ ਦੀ ਜੂਨ ਮਿਲ ਗਈ, ਹੁਣ ਮਾਲਕ ਨੇ ਜੋੜਿਆ ਗੱਡੇ ਦੇ ਅੱਗੇ, ਉੱਤੇ ਭਾਰ ਵੀ ਲੱਦਿਆ ਹੋਇਆ। ਜਦੋਂ ਤੁਰਦਾ ਨਹੀਂ ਨਾ, ਫਿਰ ਮਾਲਕ ਮਾਰਦਾ ਉੱਪਰੋਂ ਡੰਡੇ। ਪਹਿਲੇ ਧੌਣ ਦੇ ਉੱਤੇ ਬਹੁਤ ਭਾਰ ਲੱਦਿਆ ਹੋਇਆ ਹੈ, ਉੱਤੋਂ ਡੰਡੇ ਪੈ ਰਹੇ ਨੇ। ਤੇ ਕਬੀਰ ਸਾਹਿਬ ਮਨ ਦੀ ਉੱਚੀ ਬਿਰਤੀ ਨੂੰ ਚੁੱਕ ਕੇ ਗੱਲਾਂ ਕਰਦੇ ਨੇ ਬੈਲ ਦੇ ਨਾਲ। ਕਹਿੰਦੇ ਹੁਣ ਕਿਵੇਂ, ਦੱਸ ਹੁਣ ਕਿਵੇਂ ਐ। ਤੇ ਕੋਲ ਖੜੇ ਜਦੋਂ ਸਾਰੇ ਤੱਕਦੇ ਨੇ ਨਾ, ਪੁੱਛਦੇ ਨੇ ਕਬੀਰ ਸਾਹਿਬ ਨੂੰ, ਕਹਿੰਦੇ ਕਬੀਰ ਜੀ ਤੁਸੀਂ ਬੈਲ ਦੇ ਨਾਲ ਗੱਲਾਂ ਕਰਦੇ ਹੋ, ਇਹ ਕੀ ਅਚਰਜ ਖੇਡ ਹੈ। ਕਬੀਰ ਸਾਹਿਬ ਕਹਿੰਦੇ ਜਦੋਂ ਇਹ ਮਨੁੱਖ ਸੀ ਨਾ, ਅਸੀਂ ਇਹਨੂੰ ਆਖਿਆ ਸੀ ਭਾਈ ਨਾਮ ਜਪ ਲਿਆ ਕਰ, ਨਾਮ ਦੇ ਨਾਲ ਦਰਗਾਹ ਦੇ ਵਿੱਚ ਮੁਖ ਉਜਲ ਹੋਣਾ ਹੈ। ਕਹਿੰਦੇ ਇਹਨੇ ਮੰਨੀ ਨਹੀਂ ਗੱਲ। ਇਹ ਆਖਦਾ ਸੀ ਕਾਰੋਬਾਰ ਵੱਡਾ ਹੈ, ਧਨ ਬਹੁਤ ਹੈ, ਕੰਮ ਵੱਡੇ ਨੇ, ਨਾਮ ਜਪਣ ਦਾ ਸਮਾਂ ਨਹੀਂ। ਕਹਿੰਦੇ ਆਪਣਾ ਜਨਮ ਹੀਰਿਆਂ ਵਰਗਾ, ਇਹਨੇ ਕੀਮਤੀ ਜਿਹੜਾ ਜਨਮ ਸੀ ਉਹ ਕੌਡੀਆਂ ਦੇ ਭਾਅ ਰੋਲ ਕੇ ਰੱਖਤਾ, ਇਹਨੇ ਨਾਮ ਨਹੀਂ ਜਪਿਆ। ਹੁਣ ਬੈਲ ਦੀ ਜੂਨੀ ਮਿਲ ਗਈ ਤੇ ਹੁਣ ਮਾਰ ਖਾ ਰਿਹਾ। ਇਸ ਕਰਕੇ ਮੈਨੂੰ ਆਖਦਾ, ਪੁੱਛਦਾ ਵੇ ਭਾਈ ਹੁਣ ਦੱਸ ਕਿਵੇਂ ਹੈ। ਜੇ ਨਾਮ ਜਪ ਲੈਂਦਾ ਕਹੋ ਕਬੀਰ, ਸੁਨੋ ਰੇ ਸੰਤੋ ਸਾਧ ਸੰਗਤ ਤਰ ਜਾਹੇਗਾ। ਸੰਗਤ ਦੇ ਵਿੱਚ ਕਬੀਰ ਸਾਹਿਬ ਕਹਿੰਦੇ ਜੇ ਬਹਿ ਕੇ ਨਾਮ ਜਪਿਆ ਕਰੀਏ ਨਾ, ਇਸ ਸੰਸਾਰ ਦੇ ਉੱਤੋਂ ਅਸੀਂ ਤਰ ਜਾਵਾਂਗੇ, ਸਾਡਾ ਭਲਾ ਹੋ ਜਾਊਗਾ ਕਿਤੇ, ਨਹੀਂ ਤਾਂ ਕਿਤੇ ਜੂਨਾਂ ਦਾ ਗੇੜ ਪੈ ਗਿਆ। 7.5 ਅਰਬ ਸਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਲੱਗਦੇ ਨੇ ਇਸ ਜੂਨਾਂ ਦੇ ਗੇੜ ਦੇ ਵਿੱਚੋਂ ਨਿਕਲਣ ਦੇ ਲਈ। ਇੰਨਾ ਵੱਡਾ ਜੂਨਾਂ ਦਾ ਗੇੜ ਹੈ। ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਵਿਖ ਜੋਇਓ।
सतगुरु जी कहते बड़ी खेड़ लम्मी है, बहुत जन्म विछरे थे माधो। बड़े जन्म कहते विछड़िया नूं हो गए, पर हुण समा चंगा आया, इस करके हुण नाम जपया करिए। ते जिहड़ी रूह अज साडे विचों चले गई, सारिਆਂ ने उस दी बाबत अरदास करनी है कि सतगुरु जी लेखा किते ना छुटिए, खिन खिल भूलन हार, बख्शण हार बख्श लै, नानक पार उतार। बड़ियां भुल्लां कर बैठदा है मनुख, आप सतगुरु जी बख्शण जोग हो, किरपा करियो बख्श लियो। ये अरदास करनी है ते मन दे विच याद रखना, मना जिवें अज ये किसी होर दी अरदास हो रही है, कल नूं साडी भी होनी है। असीं अपनी अंतिम अरदास तो पहला नाम जपिया करिए। ते अखीरी बेनती, समा तकरीबन हो चलिया, 5 मिनट का बाकी है, 1 वजे समाप्ति सी, पर 2 मिनट उत्ते हो जाण तां मैं माफ़ी चाहुंदा हाँ। जिस घर दे विचों अज एक पिता चले गया, ते उस पिता ने अपने पुत्रां नूं, अपणियां धीआं नूं ते अपने परिवार नूं किवें पालिया, तुसीं सारे जाणदे हो। हर एक पिता किवें अपने बच्चिआं नूं पालदा है। कदे आप ਚੱਜਦਾ नहीं पहनदा ਪਿਓ। जे ਪਿਓ ਨੂੰ कोई चीज़ मिलती है ना बाहर, ਤਾਂ ਪਿਓ ਦਾ ਪਹਿਲਾ मन करदा भी मैं ਲਿਫਾਫੇ ਦੇ ਵਿੱਚ ਪਾ ਕੇ, ਝੋਲੇ ਦੇ ਵਿੱਚ ਪਾ ਕੇ ਆਪਣੇ ਧੀਆਂ ਪੁੱਤਰਾਂ ਲਈ ਲੈ ਜਾਵਾਂ, ਮੈਂ ਆਪਣੇ ਧੀਆਂ ਪੁੱਤਾਂ ਦੇ ਕੋਲ ਬਹਿ ਕੇ ਖਾਵਾਂ, ਨਾਲੇ ਮੈਂ ਉਹਨਾਂ ਨੂੰ ਦੇਵਾਂ। ਪਿਓ ਦਾ ਦਿਲ ਇੰਨਾ ਵੱਡਾ ਹੈ। ਜੇ ਮਾਂ ਨੂੰ ਆਖਦੇ ਆ ਨਾ ਵੀ ਮਾਂ ਰੱਬ ਦਾ ਰੂਪ ਹੈ, ਤਾਂ ਪਿਓ ਵੀ ਸਾਧ ਸੰਗਤ ਜੀ ਰੱਬ ਦਾ ਰੂਪ ਹੈ। ਥੋੜੇ ਦਿਨ ਪਹਿਲਾਂ ਮੈਂ ਇੱਕ ਮੈਗਜ਼ੀਨ ਦੇ ਵਿੱਚ ਪੜ੍ਹਿਆ, ਇੱਕ ਕਹਿੰਦੇ ਬੱਚੇ ਦਾ ਜਨਮ ਸਮੇਂ ਤੋਂ 3 ਮਹੀਨੇ ਪਹਿਲਾਂ ਹੋ ਗਿਆ, ਮਾਂ ਦੀ ਮੌਤ ਹੋ ਗਈ, ਸਰੀਰਕ ਕਮਜ਼ੋਰੀ ਆਉਣ ਦੇ ਕਾਰਨ ਮਾਂ ਦੀ ਮੌਤ ਹੋ ਗਈ, ਪਰ ਬੱਚਾ ਬਚ ਗਿਆ। ਪਰ ਬੱਚੇ ਦੇ ਅੰਦਰ ਅਜੇ ਦਿਲ ਦੀ ਧੜਕਣ ਨਹੀਂ ਚੱਲ ਰਹੀ ਸੀ, ਤੇ ਡਾਕਟਰ ਨੇ ਆਖਿਆ ਕਿ ਹੁਣ ਇਹਨੂੰ 3 ਮਹੀਨੇ